Yes, please. Good, good morning, sir. Good morning, ji. Good morning, ji. Good morning, sir. Good morning. Good morning, ji. Good morning, sir. Good morning. Good morning, everyone. Let's start. Today we will discuss paper number 6 ਦਾ ਜਿਹੜਾ ਪਾਰਟ ਹੈ ਇੰਡੀਅਨ ਐਵੀਡੈਂਸ ਐਕਟ 1872 ਇੰਡੀਅਨ ਐਵੀਡੈਂਸ ਐਕਟ 1872 ਇਹ ਪੇਪਰ ਨੰਬਰ 6 ਦਾ ਸਾਡਾ ਪਾਰਟ ਹੈਗਾ। ਦੇਖੋ ਜਿਵੇਂ ਕਿ ਅਸੀਂ ਜਾਣਦੇ ਹਾਂ ਵੀ ਐਵੀਡੈਂਸ ਐਕਟ ਜਿਹੜਾ ਹੈਗਾ ਇਹ ਦੋਨੋਂ ਹੀ ਜਿਹੜੇ ਲਾਅ ਹੈਗੇ ਆ ਸਿਵਲ ਲਾਅ ਚਾਹੇ ਉਹ ਕ੍ਰਿਮੀਨਲ ਲਾਅ ਹੈਗਾ। ਠੀਕ ਹੈ, ਇਹ ਐਵੀਡੈਂਸ ਜਿਹੜਾ ਐਕਟ ਹੈ ਇਹ ਦੋਨੋਂ ਪਾਸੇ ਲਾਗੂ ਹੁੰਦਾ ਹੈ। ਸੈਪਰੇਟ ਕੋਈ ਐਕਟ ਨਹੀਂ ਵੱਖਰਾ ਬਣਿਆ ਹੋਇਆ ਵੀ ਸਿਵਲ ਲਾਅ ਦੇ ਲਈ ਕੋਈ ਵੱਖਰਾ ਐਕਟ ਬਣਿਆ ਹੋਇਆ ਹੋਵੇ, ਕ੍ਰਿਮੀਨਲ ਲਾਅ ਦੇ ਲਈ ਕੋਈ ਵੱਖਰਾ ਐਕਟ ਬਣਿਆ ਹੋਇਆ ਹੋਵੇ। ਠੀਕ ਹੈ, ਵੈਸੇ ਤਾਂ ਜਦੋਂ ਅਸੀਂ ਗਵਾਹੀ ਦੇਣ ਜਾਂਦੇ ਹਾਂ ਗਵਾਹੀਆਂ ਕਿਵੇਂ ਹੁੰਦੀਆਂ ਨੇ, ਕਿਸ ਤਰ੍ਹਾਂ ਹੁੰਦੀਆਂ ਨੇ, ਠੀਕ ਹੈ, ਅਸੀਂ ਸਾਰੇ ਪ੍ਰੈਕਟੀਕਲੀ ਜਾਣਦੇ ਹੈਗੇ, ਪਰ ਫਿਰ ਵੀ ਥੋੜਾ ਚਲੋ ਸਮਝ ਲੈਂਦੇ ਇਹਦੇ ਵਿੱਚ ਕਿੱਥੇ ਕਿੱਥੇ ਕੀ ਜ਼ਰੂਰਤ ਹੈਗੀ ਆ। ਤੁਹਾਨੂੰ ਜਿਹੜੀ ਇੰਪੋਰਟੈਂਟ ਸੈਕਸ਼ਨ ਨੇ ਅਸੀਂ ਉਹੀ ਡਿਸਕਸ ਕਰਾਂਗੇ। ਠੀਕ ਹੈ, ਇੰਟਰਪ੍ਰੀਟੇਸ਼ਨ ਕਲਾਸ ਦੇ ਵਿੱਚ ਕੀ ਹੈਗਾ, ਪਹਿਲਾਂ ਕੋਰਟ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਵੀ ਕੋਰਟ ਕੀ ਹੈਗਾ, ਕੋਰਟ ਕਿਸ ਨੂੰ ਕਿਹਾ ਜਾਂਦਾ ਇਹਦੇ ਵਿੱਚ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕੋਰਟ ਹੈ, ਜੇ ਕ੍ਰਿਮੀਨਲ ਕੇਸ ਡੀਲ ਕਰੀਏ ਤਾਂ ਕ੍ਰਿਮੀਨਲ ਕੋਰਟ ਹੈ, ਸਿਵਲ ਕਰੀਏ ਤਾਂ ਸਿਵਲ ਕੋਰਟ ਹੈਗੀ ਹੈ। ਠੀਕ ਹੈ, ਮਤਲਬ ਨਟਸ਼ੈਲ ਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਜਿਸ ਕੋਰਟ ਨੂੰ ਮੈਜਿਸਟ੍ਰੇਟ ਹੈ, ਚਾਹੇ ਉਹ ਜੱਜ ਹੈਗਾ, ਚਾਹੇ ਆਲ ਦਾ ਪਰਸਨਸ, ਚਾਹੇ ਕੋਈ ਹੋਰ ਵਿਅਕਤੀ ਹੈਗਾ ਜਿਹਨੂੰ ਲੀਗਲੀ ਤੌਰ ਤੇ ਐਵੀਡੈਂਸ ਲੈਣ ਦੀ ਪਾਵਰ ਹੋਵੇ, ਉਸ ਨੂੰ ਅਸੀਂ ਕੋਰਟ ਕਹਿੰਦੇ ਆ। ਇਹਦੇ ਵਿੱਚ ਜਿਹੜੇ ਆਰਬੀਟਰੇਟਰਸ ਹੈਗੇ ਨੇ ਉਹਨੂੰ ਅਸੀਂ ਕੋਰਟ ਦੇ ਨਾਂ ਤੇ ਨਹੀਂ ਜਾਣਿਆ ਜਾਂਦਾ। ਠੀਕ ਹੈ, ਫਿਰ ਇਹਦੇ ਵਿੱਚ ਆ ਜਾਂਦਾ ਹੈ ਫੈਕਟ, ਰੈਲੀਵੈਂਟ ਫੈਕਟ ਇਨ ਇਸ਼ੂ। ਇਹ ਕੀ ਹੁੰਦੇ ਆ, ਇਹ ਤੁਸੀਂ ਐਗਜ਼ਾਮਪਲ ਤੋਂ ਸਮਝਾਂਗੇ ਅਸੀਂ। ਸਿੰਪਲ ਜਿਹਾ ਤਰੀਕਾ ਹੈਗਾ, A is accused of murder of B. A is accused of murder of B. ਠੀਕ ਹੈ ਜੀ, ਇਹ ਦੋਸ਼ੀ ਹੈ B ਦੇ ਮਰਡਰ ਦਾ। At his trial the following facts may be an issue. ਇਹ ਵਾਲੇ ਜਿਹੜੇ ਫੈਕਟ ਨੇ ਇਹ ਇਸ਼ੂ 'ਚ ਹੋ ਸਕਦੇ ਨੇ। ਕਿਹੜੇ ਹੋ ਸਕਦੇ ਨੇ? That A caused B's death. ਇਹਦੇ ਕਾਰਨ ਜਿਹੜੀ B ਦੀ ਡੈਥ ਹੋਈ ਹੈਗੀ। ਠੀਕ ਹੈ, ਇਹ ਫੈਕਟ ਇਨ ਇਸ਼ੂ ਹੈਗਾ। ਅੱਗੇ ਜਾ ਕੇ ਫਿਰ ਸਾਰੇ ਇਸ਼ੂ ਨੂੰ ਪ੍ਰੂਵ ਕਰਨਾ ਹੁੰਦਾ, ਕਿਹੜੀ ਪਾਰਟੀ ਪ੍ਰੂਵ ਕਰਦੀ ਹੈ, ਕਿਹੜੀ ਪਾਰਟੀ ਡਿਸਪਰੂਵ ਕਰਦੀ ਹੈ। ਇਹ ਫਿਰ ਪਾਰਟੀਆਂ ਦੀਆਂ ਜਿਹੜੀਆਂ ਐਵੀਡੈਂਸਿਸ ਹੁੰਦੀਆਂ ਨੇ ਉਹਦੇ ਡਿਪੈਂਡ ਕਰਦਾ ਹੈਗਾ। ਅਸੀਂ ਦੇਖਣਾ ਵੀ ਕਿਹੜੇ ਫੈਕਟ ਇਸ਼ੂ ਦੇ ਵਿੱਚ ਬਣਦੇ ਹੈਗੇ ਆ। ਜੇ A ਦਾ ਮਰਡਰ, ਜੇ B ਦਾ ਮਰਡਰ ਹੋਇਆ, A ਨੇ ਕੀਤਾ ਹੈ, ਤਾਂ ਕਿਹੜੇ ਉਸ ਟ੍ਰਾਇਲ ਦੇ ਵਿੱਚ ਕਿਹੜੇ ਫੈਕਟ ਬਣਨਗੇ। ਦੈਟ A ਕਾਜ਼ਡ B's ਡੈਥ, ਇਹਦੇ ਕਰਕੇ B ਦੀ ਡੈਥ ਹੋਈ ਹੈ, ਦਿਸ ਇਜ਼ ਅ ਫੈਕਟ ਇਨ ਇਸ਼ੂ। ਦੈਟ A ਇੰਟੈਂਡਡ ਟੂ ਕਾਜ਼ B's ਡੈਥ, ਕਿ ਜਿਹੜਾ A ਸੀ B ਨੂੰ ਮਾਰਨਾ ਚਾਹੁੰਦਾ ਸੀ ਜਾਂ ਅਚਾਨਕ ਡੈਥ ਹੋ ਗਈ, ਜਾਂ ਕਲਪੇਬਲ ਹੋਮੀਸਾਈਡ ਹੈ। ਠੀਕ ਹੈ, ਉਹਦੀ ਅਟੈਂਸ਼ਨ ਕੀ ਸੀ A ਦੀ, ਦਿਸ ਇਜ਼ ਆਲਸੋ ਅ ਫੈਕਟ ਇਨ ਇਸ਼ੂ। ਦੈਟ A had received grave and sudden provocation from B, ਦਿਸ ਇਜ਼ ਆਲਸੋ ਅ ਫੈਕਟ ਇਨ ਇਸ਼ੂ। ਵੀ ਕੀ B ਨੇ ਉਸਨੂੰ ਪ੍ਰੋਵੋਕੇਸ਼ਨ ਕੀਤੀ ਸੀ, ਉਕਸਾਇਆ ਸੀਗਾ A ਨੂੰ, A ਦਾ ਟੈਂਪਰ ਲੂਜ਼ ਹੋਇਆ ਸੀਗਾ B ਦੇ ਕੁਝ ਬੋਲਣ ਦੇ ਨਾਲ, this is also a fact in issue. That A at the time of doing the act which caused B's death was by the reason of the unsoundness of mind, ਕਿ ਜਿਹੜਾ A ਦਾ ਸੀਗਾ ਉਸ ਵੇਲੇ unsoundness of mind ਸੀਗਾ, incapable of knowing the nature, ਵੀ ਕੀ ਉਹ incapable ਸੀਗਾ ਕਿ ਨਹੀਂ, ਜਾਂ ਫਿਰ ਉਹਨੂੰ ਸਾਰਾ ਧਿਆਨ ਸੀਗਾ, ਜਾਂ ਉਹ ਬਿਲਕੁਲ ਸਾਊਂਡ ਮਾਈਂਡ ਸੀਗਾ। ਇਹ ਸਾਰੇ ਜਿਹੜੇ ਮਤਲਬ ਕਿ ਇੱਕ ਇਸ਼ੂ ਦੇ ਵਿੱਚ ਇਹ ਫੈਕਟ ਬਣ ਜਾਂਦੇ ਨੇ, 3-4 ਇਸ਼ੂ ਬਣ ਜਾਂਦੇ ਆ ਜਿਹਨੂੰ ਪ੍ਰੂਵ ਕਰਨਾ ਹੀ ਸਾਰਾ ਜਿਹੜਾ ਟ੍ਰਾਇਲ ਹੈਗਾ ਇਹਦੇ ਬੇਸਡ ਹੁੰਦਾ, ਇਹਦੇ ਬੇਸ ਤੇ ਹੀ ਫਿਰ ਅੱਗੇ ਫਰਦਰ ਡਿਸੀਜਨ ਹੁੰਦਾ ਹੈਗਾ। ਠੀਕ ਹੈ ਜੀ, ਇਹਨੂੰ ਅਸੀਂ ਕਹਿੰਦੇ ਹਾਂ ਫੈਕਟ ਇਨ ਇਸ਼ੂ। ਕਿਹੜੇ ਹੈਗੇ ਆ। ਫਿਰ ਰੈਲੀਵੈਂਟ ਫੈਕਟ ਦੀ ਗੱਲ ਆ ਜਾਂਦੀ ਹੈ। ਰੈਲੀਵੈਂਟ ਫੈਕਟ ਕੀ ਹੁੰਦਾ ਹੈ? ਰੈਲੀਵੈਂਟ ਫੈਕਟ ਇਹ ਹੁੰਦਾ ਜਿਵੇਂ A ਨੇ ਮਰਡਰ ਕੀਤਾ B ਦਾ ਐਟ ਅੰਮ੍ਰਿਤਸਰ। ਠੀਕ ਹੈ, ਇਹਦੇ ਵਿੱਚ ਫਿਰ ਅੱਗੇ ਇਹ 4 ਜਿਹੜੇ ਫੈਕਟ ਇਸ਼ੂ ਆ ਗਏ। ਇਸੇ ਐਗਜ਼ਾਮਪਲ ਦੀ ਗੱਲ ਕਰ ਲਈਏ ਵੀ A ਕਾਜ਼ B's ਡੈਥ, ਇਹਨੇ ਮਰਡਰ ਕੀਤਾ B ਦਾ ਐਟ ਅੰਮ੍ਰਿਤਸਰ। ਇਹ ਜਿਹੜੇ 4 ਪੁਆਇੰਟ ਬਣ ਗਏ, ਇਹ ਫੈਕਟ ਇਸ਼ੂ ਬਣ ਗਏ। ਪਰ ਜੇ ਕਿਤੇ ਇਹ ਗੱਲ ਕਰ ਲਈਏ ਵੀ ਇਹ ਉਸ ਵੇਲੇ ਉਸ ਦਿਨ ਦਾ ਇਹ ਹੈਗਾ ਸੀ ਦਿੱਲੀ ਸੀਗਾ, ਦਿਸ ਇਜ਼ ਰੈਲੀਵੈਂਟ ਫੈਕਟ। ਉਹਨੂੰ ਅਸੀਂ ਕਹਾਂਗੇ ਇਹ ਰੈਲੀਵੈਂਟ ਫੈਕਟ ਹੈ, ਦਿਸ ਆਲਸੋ ਬੀ ਪ੍ਰੂਵਡ। ਉਹਨੂੰ ਪ੍ਰੂਵ ਕਰੇਗੀ ਕਿ ਕਿਹੜੀ ਪਾਰਟੀ ਕਹੇਗੀ ਜੇ ਵੀ ਇਹ ਨੇ ਤੁਸੀਂ ਕਹਿੰਦੇ ਵੀ ਮਰਡਰ ਕੀਤਾ, ਪਰ ਇਹ ਤਾਂ ਉਸ ਦਿਨ ਦਿੱਲੀ ਸੀਗਾ। ਠੀਕ ਹੈ, ਇਹ ਹੋ ਗਿਆ ਰੈਲੀਵੈਂਟ ਫੈਕਟ, ਇਹਨੂੰ ਅਸੀਂ ਰੈਲੀਵੈਂਟ ਫੈਕਟ ਕਹਿੰਦੇ ਹਾਂ। ਇਹ ਫੈਕਟ ਇਸ਼ੂ ਹੋ ਗਏ। ਉਹ ਜੇ ਕੋਈ ਕਿਸੇ ਫੈਕਟ ਨਾਲ ਕੋਈ ਹੋਰ ਫੈਕਟ ਜੁੜਿਆ ਹੋਇਆ ਹੈਗਾ, ਠੀਕ ਹੈ, ਤਾਂ ਉਸਨੂੰ ਅਸੀਂ ਰੈਲੀਵੈਂਟ ਫੈਕਟ ਕਰ ਦੇਣਾ। ਹੁਣ ਦੇਖੋ ਇਹਨੇ B ਦਾ ਮਰਡਰ ਕੀਤਾ ਐਟ ਅੰਮ੍ਰਿਤਸਰ, ਇਹਦੇ ਨਾਲ ਜੁੜ ਗਿਆ। ਜੇ ਇਹੀ ਉਸ ਦਿਨ ਮਤਲਬ ਕਿ ਜਿਸ ਵੇਲੇ ਮਰਡਰ ਹੋਇਆ, ਜੇ ਉਸ ਵੇਲੇ A ਦਿੱਲੀ ਦੇ ਵਿੱਚ ਸੀਗਾ,
ਠੀਕ ਹੈ, ਇਹਦੇ ਨਾਲ ਇਹ ਰੈਲੀਵੈਂਟ ਫੈਕਟ ਬਣ ਗਿਆ, ਫੈਕਟ ਜੁੜ ਗਿਆ ਇਹਦੇ ਨਾਲ, ਇਸ ਇਸ਼ੂ ਦੇ ਨਾਲ, ਤਾਂ ਉਸਨੂੰ ਅਸੀਂ ਰੈਲੀਵੈਂਟ ਫੈਕਟ ਕਹਿ ਦਿੰਦੇ ਹਾਂ। ਜਿਹੜਾ ਕਿ ਇੱਕ ਕਿਸੇ ਇਸ਼ੂ ਦੇ ਨਾਲ ਦੂਜਾ ਇਸ਼ੂ ਜਦੋਂ ਉਹਦੇ ਜੁੜ ਜਾਂਦਾ ਹੈਗਾ ਤਾਂ ਉਸਨੂੰ ਰੈਲੀਵੈਂਟ ਫੈਕਟ ਕਹਿ ਦਿੰਦੇ ਹਾਂ। ਨੈਕਸਟ ਹੈਗਾ ਡਾਕੂਮੈਂਟ। ਡਾਕੂਮੈਂਟ ਕੀ ਹੁੰਦਾ? ਡਾਕੂਮੈਂਟਸ ਮੀਨਸ ਐਨੀ ਮੈਟਰ ਐਕਸਪ੍ਰੈਸਡ ਔਰ ਡਿਸਕ੍ਰਾਈਬਡ upon any substance by means of letters, figures, marks। ਇਹ ਕੋਈ ਜ਼ਰੂਰੀ ਨਹੀਂ ਵੀ ਪੇਪਰ ਦੇ ਉੱਪਰ ਹੀ ਡਾਕੂਮੈਂਟ ਬਣਿਆ ਜਾਂਦਾ ਹੈ, ਕਿਸੇ ਪੱਥਰ ਦੇ ਉੱਪਰ, ਕਿਸੇ ਸਲੇਟ ਦੇ ਉੱਪਰ, ਕਿਸੇ ਹੋਰ ਲੱਕੜ ਦੇ ਉੱਪਰ ਕੋਈ ਮਾਰਕ ਹੋਵੇ, ਕੋਈ ਫਿਗਰ ਹੋਵੇ, ਕੋਈ ਲੈਟਰ ਹੋਵੇ, ਠੀਕ ਹੈ, ਉਸ ਨੂੰ ਅਸੀਂ ਡਾਕੂਮੈਂਟ ਕਹਿ ਦਿੰਦੇ ਹਾਂ। ਰਾਈਟਿੰਗ ਇਜ਼ ਅ ਡਾਕੂਮੈਂਟ, ਕੋਈ ਰਾਈਟਿੰਗ ਕੀਤੀ ਵੀ ਹੈ, ਡਾਕੂਮੈਂਟ ਹੈ। ਵਰਡਸ ਪ੍ਰਿੰਟਡ, ਲਿਥੋਗ੍ਰਾਫਡ ਔਰ ਫੋਟੋਗ੍ਰਾਫਡ ਆਰ ਦਾ ਡਾਕੂਮੈਂਟਸ। ਅ ਮੈਪ ਔਰ ਪਲਾਨ ਇਜ਼ ਅ ਡਾਕੂਮੈਂਟ। ਇਹ ਸਾਰੇ ਡਾਕੂਮੈਂਟ ਕਹਿਲਾਉਂਦੇ ਨੇ, ਠੀਕ ਹੈ ਜੀ, ਜੇ ਕਿਸੇ ਵੀ ਸਬਸਟੈਂਸ ਦੇ ਉੱਪਰ ਇਹ ਬਣੇ ਹੋਏ ਹੋਣ। ਅੱਗੇ ਹੈਗਾ ਪ੍ਰੂਵਡ, ਡਿਸਪਰੂਵਡ, ਨਾਟ ਪ੍ਰੂਵਡ। ਤਿੰਨ ਵਰਡ ਨੇ ਇਹ। ਪ੍ਰੂਵ ਜਦੋਂ ਕੋਈ ਚੀਜ਼, ਕੋਈ ਜਿਹੜਾ ਫੈਕਟ ਹੈ ਕਿਸੇ ਇਸ਼ੂ ਦੇ ਵਿੱਚ ਹੈ, ਉਹ ਪ੍ਰੂਵ ਹੋ ਜਾਏ ਉਸਨੂੰ ਅਸੀਂ ਪ੍ਰੂਵ ਕਹਿ ਦਿੰਦੇ ਵੀ ਇਹ ਫੈਕਟ ਇਸ਼ੂ ਹੈਗਾ ਸੀ, ਪ੍ਰੂਵ ਹੋ ਚੁੱਕਿਆ। ਜੇ ਕੋਈ ਫੈਕਟ ਹੈ ਜਿਹੜਾ ਇਸ਼ੂ ਦੇ ਵਿੱਚ ਸੀਗਾ, ਉਹਨੂੰ ਕੋਈ ਪਾਰਟੀ ਡਿਸਪਰੂਵ ਕਰ ਦਿੰਦੀ ਹੈ, ਠੀਕ ਹੈ, ਉਹਨੂੰ ਕਹਿੰਦੇ ਵੀ ਇਹ ਫੈਕਟ ਹੈ ਜਿਹੜਾ ਹੈਗਾ ਇਹ ਸਹੀ ਨਹੀਂ ਸੀਗਾ, ਗਲਤ ਹੋਇਆ, ਇਹ ਡਿਸਪਰੂਵ ਹੋ ਗਿਆ। ਨਾਟ ਪ੍ਰੂਵਡ, ਨਾ ਹੀ ਉਹ ਪ੍ਰੂਵ ਹੋਇਆ ਹੋਵੇ, ਨਾ ਹੀ ਉਹ ਡਿਸਪਰੂਵ ਹੋਇਆ ਹੋਵੇ, ਠੀਕ ਹੈ, ਉਹਨੂੰ ਅਸੀਂ ਕਹਿੰਦੇ ਵੀ ਨਾਟ ਪ੍ਰੂਵ ਹੈ ਇਹ ਫੈਕਟ। ਮਤਲਬ ਇਸ ਫੈਕਟ ਦੇ ਉੱਪਰ ਕੋਈ ਗੱਲਬਾਤ, ਕੋਈ ਐਵੀਡੈਂਸ ਆਈ ਹੀ ਨਹੀਂ ਹੈਗੀ, ਨਾ ਉਸਨੂੰ ਪ੍ਰੂਵ ਕੀਤਾ ਗਿਆ, ਨਾ ਉਸਨੂੰ ਡਿਸਪਰੂਵ ਕੀਤਾ ਗਿਆ। ਮੇ ਪ੍ਰਜ਼ਿਊਮ, ਸ਼ੈਲ ਪ੍ਰਜ਼ਿਊਮ, ਕਨਕਲੂਸਿਵ ਪ੍ਰੂਫ। ਮੇ ਪ੍ਰਜ਼ਿਊਮ ਕੋਰਟ ਹੈਗੀ ਹੈ, ਕਿਸੇ ਫੈਕਟ ਇਸ਼ੂ ਨੂੰ ਪ੍ਰਜ਼ਿਊਮ ਕਰ ਸਕਦੀ ਹੈ, ਮੇ ਪ੍ਰਜ਼ਿਊਮ ਕਰ ਸਕਦੀ ਹੈ, ਜਾਂ ਉਹਦੀ ਫਿਰ ਐਵੀਡੈਂਸ ਲੈ ਵੀ ਸਕਦੀ ਹੈ ਉਹਨੂੰ ਪ੍ਰੂਵ ਕਰਨ ਦੇ ਵਾਸਤੇ। ਸ਼ੈਲ ਪ੍ਰਜ਼ਿਊਮ ਜਿੱਥੇ ਹੈਗੀ ਹੈ, ਜਿੱਥੇ ਸ਼ੈਲ ਪ੍ਰਜ਼ਿਊਮ ਦੀ ਗੱਲ ਆ ਜਾਂਦੀ ਹੈ, ਉੱਥੇ ਕੋਰਟ ਨੂੰ ਜਿਹੜੀ ਹੈਗੀ ਹੈ ਐਵੀਡੈਂਸ ਲੈਣ ਦੀ ਲੋੜ ਨਹੀਂ ਹੁੰਦੀ, ਉੱਥੇ ਕੋਰਟ ਆਪਣੀ ਮਰਜ਼ੀ ਦੇ ਨਾਲ ਉਸਨੂੰ ਜਿਹੜੀ ਹੈਗੀ ਹੈ ਪ੍ਰਜੰਪਸ਼ਨ ਲੈਂਦੀ ਹੈ ਵੀ ਹਾਂ ਦਿਸ ਇਜ਼ ਫੈਕਟ ਇਸ਼ੂ ਜਿਹੜਾ ਹੈਗਾ ਇਹ ਪ੍ਰੂਵ ਹੈਗਾ ਆਲਰੇਡੀ। ਅੱਗੇ ਚਲੋ ਸੈਕਸ਼ਨ 17 ਤੇ ਆ ਜਾਓ। ਐਡਮਿਸ਼ਨਸ ਇੰਪੋਰਟੈਂਟ ਚੈਪਟਰ ਅਸੀਂ ਕਰਾਂਗੇ ਇਹਦੇ ਵਿੱਚ, ਜਿਹਦੇ ਵਿੱਚ ਸਾਨੂੰ ਕੁਐਸਚਨਸ ਵਗੈਰਾ ਆਉਂਦੇ ਹੈਗੇ ਆ, ਜਿਵੇਂ ਐਡਮਿਸ਼ਨ ਦਾ ਹੈਗਾ, ਕਨਫੈਸ਼ਨ ਦਾ ਹੈਗਾ, ਠੀਕ ਹੈ, ਇਦਾਂ ਦੇ ਜਿਹੜੇ ਦੇ ਬੇਸਡ ਕੁਐਸਚਨ ਸਾਨੂੰ ਆਉਂਦੇ ਆ। ਐਡਮਿਸ਼ਨ ਦੀ ਗੱਲ ਸੈਕਸ਼ਨ 17 ਕਿਉਂ ਗੱਲ ਕਰਦੇ ਆ? ਐਨ ਐਡਮਿਸ਼ਨ ਇਜ਼ ਅ ਸਟੇਟਮੈਂਟ, oral or documentary, which suggests any reference as to any fact in issue or relevant fact। ਕਿਸੇ ਫੈਕਟ ਦੇ, ਕੋਈ ਇਸ਼ੂ ਦੇ ਵਿੱਚ ਕੋਈ ਫੈਕਟ ਹੈਗਾ ਜਾਂ ਰੈਲੀਵੈਂਟ ਫੈਕਟ ਹੈਗਾ, and which is made by any of the persons and under the circumstances hereinafter mentioned। ਕੋਈ ਸਟੇਟਮੈਂਟ ਹੈ, ਠੀਕ ਹੈ, ਚਾਹੇ ਉਹ ਕੋਈ ਸਿਵਲ ਦਾ ਕੇਸ ਹੈ, ਚਾਹੇ ਉਹ ਕੋਈ ਕ੍ਰਿਮੀਨਲ ਦਾ ਕੇਸ ਹੈ, ਜਦੋਂ ਕੋਈ ਪਾਰਟੀ ਐਡਮਿਟ ਕਰਦੇ ਕਿਸੇ ਕੰਟੈਂਟਸ ਨੂੰ ਐਡਮਿਟ ਕਰਦੀ ਹੈ ਤਾਂ ਉਹਦੀ ਐਡਮਿਸ਼ਨ, ਉਹ ਕਹਿੰਦਾ ਸੀ ਉਹਨੇ ਐਡਮਿਟ ਕਰ ਲਿਆ, ਇਹ ਡਾਕੂਮੈਂਟ ਹੈ, ਇਹ ਇਤਨਾ ਪੋਰਸ਼ਨ ਹੈ। ਕੋਈ ਚਾਹੇ ਕੋਈ ਜੇ ਕ੍ਰਿਮੀਨਲ ਕੇਸ ਦੇ ਵਿੱਚ ਹੈ, ਜੇ ਕੋਈ ਸਟੇਟਮੈਂਟ ਹੈ, ਠੀਕ ਹੈ, ਉਹਦੇ ਖਿਲਾਫ ਜਦੋਂ ਕੋਈ ਚਾਰਜ ਲੱਗਿਆ ਹੈਗਾ, ਉਸ ਚਾਰਜ ਦੇ ਵਿੱਚ ਕੋਈ ਸਟੇਟਮੈਂਟ ਨੂੰ ਉਹ ਮਤਲਬ ਕਿ ਐਡਮਿਟ ਕਰਦਾ ਹੈ, ਆਪਣੀ ਸਟੇਟਮੈਂਟ ਦਿੰਦਾ ਵੀ ਹਾਂ ਇਹ ਠੀਕ ਹੈ, ਇੰਨੀ ਗੱਲ ਠੀਕ ਹੈ, ਮੈਂ ਉੱਥੇ ਗਿਆ ਸੀ ਜਾਂ ਨਹੀਂ ਗਿਆ ਸੀਗਾ, ਠੀਕ ਹੈ, ਤਾਂ ਉਸਨੂੰ ਅਸੀਂ ਐਡਮਿਸ਼ਨ ਕਹਿ ਦਿੰਦੇ ਹਾਂ। ਐਡਮਿਸ਼ਨਸ ਬਾਈ ਦਾ ਪਾਰਟੀ ਟੂ ਪ੍ਰੋਸੀਡਿੰਗ ਔਰ ਹਿਜ਼ ਏਜੰਟ। ਜਿਹੜੀ ਪਾਰਟੀ ਕੇਸ ਦੀ, ਜਿਹੜੀ ਕੋਈ ਪਾਰਟੀ ਹੈਗੀ ਹੈ ਜਿਹਦੀ ਪ੍ਰੋਸੀਡਿੰਗ ਚੱਲ ਰਹੀਆਂ ਹੁੰਦੀਆਂ, ਜਾਂ ਉਹਦਾ ਕੋਈ ਏਜੰਟ ਹੈਗਾ, ਜਾਂ ਕੋਈ ਜਿਹਨੇ ਮੁਕੱਦਮਾ ਦਾਇਰ ਕੀਤਾ ਹੈਗਾ, ਠੀਕ ਹੈ, ਉਹ ਵੀ ਕਿਸੇ ਕੇਸ ਦੇ ਵਿੱਚ ਜੇ ਕੋਈ ਐਡਮਿਸ਼ਨ ਕਰਦਾ ਹੈ ਤਾਂ ਉਹ ਵੀ ਐਡਮਿਸੀਬਲ ਹੁੰਦੀ ਹੈ। Admissions देखो, admissions by the persons whose position must be proved as against party to the suit। ਕਈ ਵਾਰੀ ਕੀ ਹੁੰਦਾ ਹੈਗਾ, ਦਾਅਵੇ ਪਾਏ ਜਾਂਦੇ ਨੇ ਕੋਰਟਾਂ ਦੇ ਵਿੱਚ, ਇੱਕ ਦਾਅਵਾ ਪਾਉਂਦਾ ਹੈ, ਦੂਜੀ ਪਾਰਟੀ ਹੈ, ਦੂਜੀ ਪਾਰਟੀ ਡਿਫੈਂਡੈਂਟ ਹੈਗੀ ਆ, ਉਹ ਵੀ ਉਹਦੀ ਆਪਦੀ ਹੀ ਪਾਰਟੀ ਹੁੰਦੀ ਹੈ, ਜਾਣਬੁੱਝ ਕੇ ਮਤਲਬ ਕਿ ਆਪਦੇ ਹੀ ਫੈਮਿਲੀ ਮੈਂਬਰ ਨੂੰ ਉਹਦੇ ਤੋਂ ਹੀ ਐਡਮਿਟ ਕਰਵਾ ਕੇ ਕਿਸੇ ਕੇਸ ਨੂੰ ਡਿਕਲੇਰੇਸ਼ਨ ਲੈਣਾ, ਠੀਕ ਹੈ। ਇੱਥੇ ਅੱਗੇ ਇੱਕ ਸੈਕਸ਼ਨ 19 ਇਹ ਕਹਿੰਦਾ ਹੈਗਾ ਵੀ ਜਿਹੜੀ ਦੂਜੀ ਪਾਰਟੀ ਹੈਗੀ ਹੈ, ਮਤਲਬ ਕਿ ਉਹ ਉਸਨੂੰ ਜੇ ਉਹ ਐਡਮਿਟ ਕਰਦੀ ਹੈ ਤਾਂ ਉਹਨੂੰ ਆਪਦੇ ਪੱਧਰ ਤੇ ਕੋਈ ਬੈਨੀਫਿਟ ਨਾ ਹੋਵੇ ਉਸ ਐਡਮਿਸ਼ਨ ਦਾ। ਮਤਲਬ ਆਪੋਜ਼ਿਟ ਪਾਰਟੀ ਹੀ ਜੇ ਕੋਈ ਐਡਮਿਟ ਕਰੇ ਕੇਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ, ਠੀਕ ਹੈ, ਤਦ ਹੀ ਐਡਮਿਸ਼ਨ ਮੰਨੀ ਜਾਂਦੀ ਹੈ। ਜੇਕਰ ਐਡਮਿਸ਼ਨ ਹੀ ਉਹਦੇ ਆਪਦੇ ਹੀ ਬੈਨੀਫਿਟ ਦੇ ਵਿੱਚ ਹੈਗੀ ਹੈ ਤਦ ਐਡਮਿਸ਼ਨ ਨਹੀਂ ਮੰਨੀ ਜਾਂਦੀ। ਜੇ ਕੋਈ ਪਾਰਟੀ ਏ ਪਾਰਟੀ ਇੱਕ ਪਾਸੇ ਬੀ ਪਾਰਟੀ ਹੈਗੀ ਹੈ, ਜੇ ਏ ਪਾਰਟੀ ਐਡਮਿਟ ਕਰਦੇ ਕਿਸੇ ਫੈਕਟ ਨੂੰ, ਠੀਕ ਹੈ, ਉਹ ਫੈਕਟ ਜੇ ਤਾਂ ਉਹਦੇ ਖਿਲਾਫ ਜਾਂਦਾ ਫਿਰ ਤਾਂ ਐਡਮਿਸੀਬਲ ਹੈਗਾ। ਅਦਰਵਾਈਜ਼ ਜੇ ਉਹ ਐਡਮਿਸ਼ਨ ਕਰਦਾ ਹੈ ਤਾਂ ਉਹ ਜਿਹੜਾ ਹੈਗਾ ਉਹਦੇ ਆਪਦੇ ਹੀ ਹੱਕ ਦੇ ਵਿੱਚ ਐਡਮਿਸ਼ਨ ਕਰਦਾ ਹੈ, ਆਪਦੇ ਹੀ ਹੱਕ ਦੇ ਵਿੱਚ ਐਡਮਿਸ਼ਨ ਕੀਤੀ ਜਾਈ ਜਿਹੜੀ ਜਾਂਦੀ ਹੈ ਉਹਨੂੰ ਅਸੀਂ ਐਡਮਿਸ਼ਨ ਨਹੀਂ ਕਹਿ ਸਕਦੇ। ਚਲੋ ਆ ਦੇਖੋ ਨਾ, ਸੈਕਸ਼ਨ 21 ਚ ਵੀ ਕਿਹਾ ਗਿਆ ਇਹੀ ਗੱਲ, ਪ੍ਰੂਫ ਆਫ ਐਡਮਿਸ਼ਨ ਅਗੇਂਸਟ ਪਰਸਨਸ ਮੇਕਿੰਗ ਦੈਮ। ਜਿਹੜਾ ਪਰਸਨ ਐਡਮਿਸ਼ਨ ਕਰਦਾ ਹੈਗਾ ਉਹਦੇ ਖਿਲਾਫ ਹੀ ਇਹ ਜਿਹੜੀ ਐਡਮਿਸ਼ਨ ਹੈ
ਮਤਲਬ ਯੂਟਿਲਾਈਜ਼ ਕੀਤੀ ਜਾ ਸਕਦੀ ਹੈ ਉਹਦੇ ਖਿਲਾਫ ਹੀ ਐਡਮਿਸ਼ਨ ਹੋਣੀ ਚਾਹੀਦੀ ਹੈ। ਜੇ ਐਡਮਿਸ਼ਨ ਉਹਦੇ ਖਿਲਾਫ ਨਹੀਂ ਹੈਗੀ ਤਾਂ ਉਹ ਐਡਮਿਸ਼ਨ ਨਹੀਂ ਮੰਨੀ ਜਾਂਦੀ ਬਾਏ ਔਰ ਐਨੀ ਆਫ देयर ਬਿਹਾਫ। ਇਹਨੇ ਵੀ ਤਾਂ ਮਰਡਰ ਕੀਤਾ, ਇਹ ਕਹਿੰਦਾ ਵੀ ਹਾਂ ਠੀਕ ਹੈ ਮੈਂ ਇਹ ਹਥਿਆਰ ਮੈਂ ਯੂਜ਼ ਕੀਤਾ ਹੈਗਾ, ਦੈਟ ਇਜ਼ ਐਡਮਿਸ਼ਨ। ਪਰ ਜੇ ਉਹਦੇ ਹੱਕ ਆਪਦੀ ਹੀ ਹੱਕ ਦੇ ਵਿੱਚ ਜਾਂਦੀ ਹੈ ਤਾਂ ਉਹਨੂੰ ਅਸੀਂ ਐਡਮਿਸ਼ਨ ਨਹੀਂ ਕਹਿ ਸਕਦੇ। When oral admissions as to the contents of a document are relevant, oral admissions as to the contents, ਕੋਈ contents ਨੇ ਕਿਸੇ document ਦੇ, ਉੱਥੇ ਕੋਈ oral admit ਕਰ ਰਿਹਾ ਉਸ ਨੂੰ document ਦੀ contents ਨੂੰ, are not relevant. Oral admissions as to the contents of a document are not relevant unless and until the party proposing to prove them shows that he is entitled to give secondary evidence of the contents of such document. Under the rules here, unless the genuineness of the document produced is in question. Admissions in civil cases when relevant. In civil cases, no admission is relevant if it is made either upon an express condition that evidence of it is not to be given. ਮੇਨ ਪੁਆਇੰਟ ਇਹੀ ਆ ਜਾਂਦਾ ਵੀ ਐਡਮਿਸ਼ਨ ਜਿਹੜੀਆਂ ਕੀਤੀਆਂ ਜਾਂਦੀਆਂ ਨੇ, ਚਾਹੇ ਉਹ ਜਿਹੜਾ ਪਾਰਟੀ ਦੇ ਸੂਟ ਦੀਆਂ ਜਿਹੜਾ ਪਾਰਟੀਆਂ ਹੁੰਦੀਆਂ ਨੇ, ਠੀਕ ਹੈ, ਜੇ ਐਡਮਿਸ਼ਨ ਕੀਤੀ ਗਈ ਐਡਮਿਸ਼ਨ ਉਹਦੇ ਖਿਲਾਫ ਜਾਂਦੀ ਹੋਵੇ ਦੈਨ ਇਟ ਇਜ਼ ਐਡਮਿਸ਼ਨ। ਅਦਰਵਾਈਜ਼ ਜੇ ਉਹਦੇ ਹੱਕ ਦੇ ਵਿੱਚ ਜਾਂਦੀ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹ ਐਡਮਿਸ਼ਨ ਨਹੀਂ ਮੰਨੀ ਜਾਂਦੀ। ਨੈਕਸਟ ਹੈ ਸੈਕਸ਼ਨ 24, ਇਹ ਬਹੁਤ ਇੰਪੋਰਟੈਂਟ ਹੈ ਜੀ। ਕਨਫੈਸ਼ਨ ਕਾਜ਼ਡ ਬਾਈ ਦਾ ਇੰਡਿਊਸਮੈਂਟ, ਥ੍ਰੈਟ ਔਰ ਪ੍ਰੋਮਿਸ ਵੈਨ ਇਰਰੈਲੀਵੈਂਟ ਇਨ ਕ੍ਰਿਮੀਨਲ ਪ੍ਰੋਸੀਡਿੰਗਸ। ਕ੍ਰਿਮੀਨਲ ਪ੍ਰੋਸੀਡਿੰਗ ਦੀ ਗੱਲ ਕੀਤੀ ਹੈ, ਕੌਣ ਜਦੋਂ ਕੋਈ ਕਨਫੈਸ਼ਨ ਕਰਦਾ ਹੈਗਾ, ਠੀਕ ਹੈ। ਕਨਫੈਸ਼ਨ ਦਾ ਮਤਲਬ ਆਪਦੇ ਆਪ ਨੂੰ ਮੰਨ ਲੈਣਾ ਵੀ ਹਾਂ ਇਹ ਮਰਡਰ ਮੈਨੇ ਕੀਤਾ ਹੈ ਜਾਂ ਇਹ ਚੋਰੀ ਮੈਨੇ ਕੀਤੀ ਹੈ, ਠੀਕ ਹੈ, ਡਾਕਾ ਅਸੀਂ ਮਾਰਿਆ ਹੈਗਾ, ਕਨਫੈਸ ਕਰ ਲੈਣਾ। ਕਨਫੈਸ਼ਨ ਕਾਜ਼ਡ ਬਾਈ ਇੰਡਿਊਸਮੈਂਟ, ਜਦੋਂ ਕੋਈ ਕਨਫੈਸ਼ਨ ਕੀਤੀ ਜਾਂਦੀ ਹੈ, ਕਿਸੇ ਨੂੰ ਬਰਗਲਾ ਕੇ ਕੋਈ ਕਨਫੈਸ਼ਨ ਕਰਵਾਈ ਜਾਂਦੀ ਹੈ, ਕਿਸੇ ਨੂੰ ਡਰਾ ਕੇ ਕਨਫੈਸ਼ਨ ਕਰਵਾਈ ਜਾਂਦੀ ਹੈ, ਕਿਸੇ ਨਾਲ ਕੋਈ ਪ੍ਰੋਮਿਸ ਕਰਕੇ ਕਨਫੈਸ਼ਨ ਕਰਵਾਈ ਜਾਂਦੀ ਹੈ, ਜਿਵੇਂ ਪੁਲਿਸ ਅਥਾਰਟੀਜ਼ ਵੱਲੋਂ ਕਿਸੇ ਵੀ ਇੱਦਾਂ ਦੇ ਅਧਿਕਾਰੀ ਵੱਲੋਂ ਜਿਹੜਾ ਕੋਈ ਮਤਲਬ ਕਿ ਕੇਸ ਦੀ ਪੈਰਵਾਈ ਕਰ ਰਿਹਾ ਹੈਗਾ, ਠੀਕ ਹੈ, ਉਹਦੇ ਵੱਲੋਂ ਕੋਈ ਕਨਫੈਸ਼ਨ ਕਰਵਾਈ ਜਾਂਦੀ ਹੈ, ਡਰਾ ਕੇ ਧਮਕਾ ਕੇ ਕੋਈ ਬਰਗਲਾ ਕੇ ਜਾਂ ਕੋਈ ਪ੍ਰੋਮਿਸ ਕਰਕੇ ਵਾਅਦਾ ਕਰਕੇ ਵੀ ਤੇਰੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗੇ, ਠੀਕ ਹੈ। ਵੈਨ ਇਰਰੈਲੀਵੈਂਟ ਇਨ ਕ੍ਰਿਮੀਨਲ ਪ੍ਰੋਸੀਡਿੰਗ, ਇਹ ਕਦੋਂ ਇਰਰੈਲੀਵੈਂਟ ਹੋ ਜਾਂਦੀ ਹੈ ਕ੍ਰਿਮੀਨਲ ਪ੍ਰੋਸੀਡਿੰਗ ਦੇ ਵਿੱਚ। ਇੱਦਾਂ ਦੀ ਕਨਫੈਸ਼ਨ ਜਦੋਂ ਕਿਸੇ ਤਰੀਕੇ ਦੇ ਨਾਲ ਕਰਵਾਈ ਗਈ ਹੋਵੇ ਤਾਂ ਉਸ ਨੂੰ ਮਤਲਬ ਕਿ ਕਨਫੈਸ਼ਨ ਨਹੀਂ ਮੰਨਿਆ ਜਾਂਦਾ, ਉਹ ਇਰਰੈਲੀਵੈਂਟ ਹੋ ਜਾਂਦੀ ਹੈ। ਜਿਹੜੀ ਕ੍ਰਿਮੀਨਲ ਕੋਰਟ ਹੁੰਦੀ ਹੈ ਉੱਥੇ ਉਹ ਮੰਨਣਯੋਗ ਨਹੀਂ ਹੁੰਦੀ। ਕਨਫੈਸ਼ਨ ਟੂ ਪੁਲਿਸ ਆਫੀਸਰ ਨਾਟ ਟੂ ਬੀ ਪ੍ਰੂਵਡ, ਜਿਹੜੀ ਕਨਫੈਸ਼ਨ ਕੋਈ ਵਿਅਕਤੀ ਕਰਦਾ ਜੇ ਪੁਲਿਸ ਦੀ ਕਸਟਡੀ ਦੇ ਵਿੱਚ ਕਰਦਾ ਹੈ ਤਾਂ ਉਹ ਵੀ ਜਿਹੜੀ ਕਨਫੈਸ਼ਨ ਨਹੀਂ ਮੰਨੀ ਜਾਂਦੀ। No confession made to a police officer shall be proved as against a person accused of any offence। ਕਿਸੇ ਨੇ ਕੋਈ offence commit ਕੀਤਾ ਹੈ, ਕਿਸੇ offender ਨੇ, ਠੀਕ ਹੈ, ਉਹਦੇ ਖਿਲਾਫ ਜੇਕਰ ਜੇ ਉਹਦੇ ਖਿਲਾਫ ਕਿਸੇ ਪੁਲਿਸ ਆਫੀਸਰ ਨੇ ਉਸ ਨੂੰ ਕਨਫੈਸ ਕਰਵਾ ਲਿਆ, ਠੀਕ ਹੈ, ਤਾਂ ਜਿਹੜੀ ਉਹ ਕਨਫੈਸ਼ਨ ਜਿਹੜੀ ਕੋਰਟ ਦੇ ਜਦੋਂ ਜਾ ਕੇ ਪੁਲਿਸ ਵਾਲੇ ਪੇਸ਼ ਕਰਦੇ ਹੈਗੇ ਵੀ ਇਸਨੇ ਇਹ ਗੱਲ ਐਡਮਿਟ ਕੀਤੀ ਸੀਗੀ ਤਾਂ ਕੋਰਟ ਉਸ ਨੂੰ ਨਹੀਂ ਮੰਨਦੀ ਹੈਗੀ। ਜੇਕਰ ਕੋਰਟ ਦੇ ਵਿੱਚ ਜਾ ਕੇ ਕੋਈ ਕਨਫੈਸ਼ਨ ਕਰਦਾ ਹੈ ਤਦ ਹੀ ਮੰਨਣਯੋਗ ਹੈਗੀ ਹੈ, ਜਾਂ ਫਿਰ ਹੋਰ ਕਾਰਨ ਹੈਗੇ ਉਹ ਅੱਗੇ ਜਾ ਕੇ ਪੜ੍ਹਦੇ ਆਪਾਂ। ਕਨਫੈਸ਼ਨ ਬਾਈ ਦਾ ਅਕਿਊਜ਼ਡ ਵਾਈਲ ਇਨ ਦਾ ਕਸਟਡੀ ਆਫ ਦਾ ਪੁਲਿਸ ਨਾਟ ਟੂ ਬੀ ਪ੍ਰੂਵਡ ਅਗੇਂਸਟ ਹਿਮ। ਇਹ ਵੀ ਉਹੀ ਗੱਲ ਹੈਗੀ ਹੈ, ਜੇ ਕੋਈ ਪੁਲਿਸ ਦੀ ਕਸਟਡੀ ਦੇ ਵਿੱਚ ਕੋਈ ਵਿਅਕਤੀ ਹੈਗਾ, ਕੋਈ offender ਹੈਗਾ, ਕੋਈ ਅਕਿਊਜ਼ਡ ਹੈਗਾ, ਠੀਕ ਹੈ, ਜੇ ਉਹਦੀ ਪੁਲਿਸ ਦੀ ਕਸਟਡੀ ਦੇ ਵਿੱਚ ਕੋਈ ਕਨਫੈਸ ਕਰਦਾ ਹੈ, ਕੋਈ ਗੱਲ ਮੰਨਦਾ ਹੈਗਾ ਵੀ ਹਾਂ ਇਹ ਜਿਹੜਾ ਮਤਲਬ ਕਿ ਜ਼ੁਲਮ ਹੈ ਮੈਨੇ ਕੀਤਾ ਹੈ, ਤਾਂ ਤਦ ਵੀ ਜਿਹੜੀ ਇਹ ਕਨਫੈਸ਼ਨ ਹੈਗੀ ਆ ਉਹਦੇ ਅਗੇਂਸਟ ਨਹੀਂ ਯੂਜ਼ ਕੀਤੀ ਜਾ ਸਕਦੀ ਕੋਰਟ ਦੇ ਵਿੱਚ ਜਾ ਕੇ। How much of information received from accused may be proved? How much of information received from accused may be proved? ਜਦੋਂ ਕੋਈ accused ਹੈਗਾ, provided that when any fact is disposed to as discovered in the consequences of the information, ਜਿਹੜਾ accused ਹੈਗਾ, accused ਤੋਂ ਕੋਈ information ਮਿਲੀ, ਪੁਲਿਸ ਨੂੰ ਜਾਂ ਇਨਵੈਸਟੀਗੇਸ਼ਨ ਆਫੀਸਰ ਨੂੰ ਮਤਲਬ ਕਿ ਅਕਿਊਜ਼ ਦੇ ਸਟੇਟਮੈਂਟ ਤੋਂ ਕੋਈ ਇਨਫੋਰਮੇਸ਼ਨ ਮਿਲੀ, ਉਸ ਇਨਫੋਰਮੇਸ਼ਨ ਦੇ ਨਾਲ received from the person accused of any offence in the custody of the police officer, so much of such information, whether it is amounts to a confession or not, as relates distinctly to the
fact thereby discovered may be proved। ਜੇ ਕੋਈ ਕਿਸੇ ਅਕਿਊਜ਼ ਤੋਂ ਕੋਈ ਅਕਿਊਜ਼ ਦੇ ਨੂੰ ਮਨਾ ਕੇ ਕੋਈ ਕਿਸੇ ਗੱਲ ਦਾ ਪਤਾ ਲੱਗਦਾ ਹੈ, ਜਿਵੇਂ ਕਿ ਕੋਈ ਕਰੰਸੀ ਹੈ ਕਿਤੇ ਪਈ ਹੈ ਉਹ ਪਤਾ ਲੱਗਦਾ, ਕੋਈ ਹਥਿਆਰ ਹੈ ਕਿਤੇ ਰੱਖੇ ਹੋਏ ਹੈਗੇ ਉਹ ਪਤਾ ਲੱਗਦਾ ਹੈ, ਠੀਕ ਹੈ। ਦੈਨ ਮਤਲਬ ਕਿ ਜਿਹੜੀ ਹੈਗੀ ਆ ਉਹ ਜਿਹੜੀ ਸਟੇਟਮੈਂਟ ਹੈਗੀ ਆ ਉਹ ਪ੍ਰੂਵ ਕੀਤੀ ਜਾ ਸਕਦੀ ਹੈ ਕੋਰਟ ਦੇ ਵਿੱਚ। ਵੀ ਇਹ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਇਹ ਅਕਿਊਜ਼ ਦੇ ਦੱਸਣ ਦੇ ਮੁਤਾਬਕ ਹੀ ਸਾਨੂੰ ਪਤਾ ਲੱਗੀ ਹੈਗੀ ਹੈ। 28 ਚ ਕੀ ਹੈ, ਕਨਫੈਸ਼ਨ ਮੇਡ ਆਫਟਰ ਰਿਮੂਵਲ ਆਫ ਇੰਪ੍ਰੈਸ਼ਨ ਕਾਜ਼ਡ ਬਾਈ ਦਾ ਇੰਡਿਊਸਮੈਂਟ ਥ੍ਰੈਟ ਔਰ ਪ੍ਰੋਮਿਸ ਰੈਲੀਵੈਂਟ। ਜਦੋਂ ਕੋਈ ਕਨਫੈਸ਼ਨ ਕੋਈ ਵਿਅਕਤੀ ਕਰਦਾ ਹੈਗਾ, ਆਪਦਾ ਜੁਰਮ ਕਬੂਲ ਕਰਦਾ ਹੈ, ਤਾਂ ਜਦੋਂ ਉਹਦੇ ਉੱਤੇ ਕੋਈ ਇੰਪ੍ਰੈਸ਼ਨ ਨਾ ਹੋਵੇ, ਕੋਈ ਇੰਡਿਊਸਮੈਂਟ ਨਾ ਹੋਵੇ, ਕੋਈ ਥ੍ਰੈਟ ਨਾ ਹੋਵੇ, ਕੋਈ ਪ੍ਰੋਮਿਸ ਨਾ ਹੋਵੇ, ਉਹਦੇ ਨਾਲ ਕਿਸੇ ਨੇ ਨਾ ਕੀਤਾ ਗਿਆ ਹੋਵੇ, ਠੀਕ ਹੈ। ਜੇ ਫਿਰ ਵੀ ਕੋਈ ਉਹ ਇਦਾਂ ਦੀ ਨਾਰਮਲ ਸਥਿਤੀ ਦੇ ਵਿੱਚ ਵਲੰਟਰਲੀ ਕੋਈ ਕਿਸੇ ਜੁਰਮ ਨੂੰ ਕਬੂਲ ਕਰਦਾ ਹੈਗਾ, ਤਾਂ ਜਿਹੜੀ ਉਹਦੀ ਇਹ ਹੈ ਰੈਲੀਵੈਂਟ ਮੰਨੀ ਜਾਂਦੀ ਹੈ ਕਨਫੈਸ਼ਨ ਕੋਰਟ ਦੇ ਵਿੱਚ। ਵਿਦਆਊਟ ਅਨਡਿਊ ਇਨਫਲੂਐਂਸ, ਕੋਈ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵਜ਼ਨ ਨਾ ਹੋਵੇ, ਕੋਈ ਪ੍ਰਭਾਵ ਨਾ ਹੋਵੇ ਕਿਸੇ ਤਰ੍ਹਾਂ ਦਾ ਵੀ, ਕੋਈ ਉਹਦਾ ਕੋਈ ਜਿਹੜਾ ਮਾਸਟਰ ਹੈ ਕੋਈ ਇਦਾਂ ਦਾ ਨਾ ਹੋਵੇ, ਕੋਈ ਪੁਲਿਸ ਦਾ ਕੋਈ ਡਰ ਨਾ ਹੋਵੇ, ਠੀਕ ਹੈ ਜੀ। ਜਦੋਂ ਕੋਈ ਬੰਦਾ ਐਸੀ ਮਤਲਬ ਕਿ ਵਲੰਟਰਲੀ ਕੋਈ ਕਨਫੈਸ ਕਰਦਾ ਕਿਸੇ ਜੁਰਮ ਨੂੰ ਕਬੂਲ ਕਰਦਾ ਹੈਗਾ, ਦੈਟ ਇਜ਼ ਰੈਲੀਵੈਂਟ, ਦੈਟ ਇਜ਼ ਮਤਲਬ ਕਿ ਕੋਰਟ ਦੇ ਵਿੱਚ ਉਹ ਪ੍ਰੂਵ ਕੀਤਾ ਜਾ ਸਕਦਾ ਹੈ। 29 ਚ ਕੀ ਕਿਹਾ ਹੈ, ਕਨਫੈਸ਼ਨ ਅਦਰਵਾਈਜ਼ ਰੈਲੀਵੈਂਟ not to become irrelevant because of the promise of secrecy। ਜੇ ਕੋਈ ਕਨਫੈਸ਼ਨ ਕਹਿੰਦਾ ਰੈਲੀਵੈਂਟ ਹੈਗਾ ਤਾਂ ਉਸ ਨੂੰ ਇਰਰੈਲੀਵੈਂਟ ਨਹੀਂ ਕਿਹਾ ਜਾ ਸਕਦਾ ਬਿਕਾਜ਼ ਆਫ ਦਾ ਪ੍ਰੋਮਿਸ ਆਫ ਸੀਕ੍ਰੇਸੀ, ਵੀ ਅਸੀਂ ਸੀਕ੍ਰੇਟ ਰੱਖਾਂਗੇ ਤੇਰੀ ਇਸ ਗੱਲ ਨੂੰ, ਠੀਕ ਹੈ, ਵੀ ਤੁਸੀਂ ਇਹ ਡਿਸਕਲੋਜ਼ ਨਹੀਂ ਕਰਾਂਗੇ ਅੱਗੇ ਜਾ ਕੇ। ਤੁਸੀਂ ਉਹਦੇ ਨਾਲ ਇੱਦਾਂ ਦਾ ਵਾਅਦਾ ਕਰ ਲਿਆ ਜਾਂਦਾ ਹੈਗਾ, ਇੱਦਾਂ ਦੇ ਵਾਅਦੇ ਕਰਕੇ ਫਿਰ ਉਹ ਮਤਲਬ ਕਿ ਕੋਈ ਜਿਹੜਾ ਹੈਗਾ ਜੁਰਮ ਕਬੂਲ ਕਰਦਾ ਹੈਗਾ, ਤਾਂ ਜਿਹੜਾ ਹੈਗਾ ਇਹ ਅਦਰਵਾਈਜ਼ ਰੈਲੀਵੈਂਟ, ਤਾਂ ਇਦਾਂ ਦੀ ਜਿਹੜੀ ਕਨਫੈਸ਼ਨ ਹੈਗੀ ਆ ਉਹ ਰੈਲੀਵੈਂਟ ਮੰਨੀ ਜਾਂਦੀ ਹੈ, ਉਹਨੂੰ ਇਰਰੈਲੀਵੈਂਟ ਨਹੀਂ ਕਹਿ ਸਕਦੇ। ਵੀ ਤੁਸੀਂ ਤਾਂ ਇਹਦੇ ਨਾਲ ਵਾਅਦਾ ਕਰਕੇ, ਸੀਕ੍ਰੇਸੀ ਦਾ ਵਾਅਦਾ ਕਰਕੇ ਤੁਸੀਂ ਇਹਦੇ ਤੋਂ ਕਨਫੈਸ ਕਰਵਾ ਲਿਆ, ਪਰ ਨਹੀਂ, ਜੇ ਸੀਕ੍ਰੇਸੀ ਦਾ ਵਾਅਦਾ ਕਰਕੇ ਕੋਈ ਕਿਸ ਤੋਂ ਕਨਫੈਸ਼ਨ ਕਰਵਾ ਲਈ ਜਾਂਦੀ ਹੈਗੀ ਹੈ ਤਾਂ ਉਹ ਰੈਲੀਵੈਂਟ ਮੰਨੀ ਜਾਂਦੀ ਹੈ। ਕੰਸੀਡਰੇਸ਼ਨ ਆਫ ਪ੍ਰੂਵਡ ਕਨਫੈਸ਼ਨ ਅਫੈਕਟਿੰਗ ਪਰਸਨ ਮੇਕਿੰਗ ਇਟ। Consideration of the proved confession affecting person making it and other jointly under trial for the same offence। ਕੋਈ offence ਹੋਇਆ ਹੈ, ਉਹਦੇ ਵਿੱਚ 4-5 ਜਿਹੜੇ ਲੋਕ ਹੈਗੇ ਉਹ ਇਨਵੋਲਵ ਹੈਗੇ ਨੇ, ਉਹਨਾਂ ਵਿੱਚੋਂ ਜੇ ਕੋਈ ਇੱਕ ਵਿਅਕਤੀ ਕਨਫੈਸ਼ਨ ਕਰ ਲੈਂਦਾ ਹੈ, ਜੁਰਮ ਉਹ ਕਬੂਲ ਕਰ ਲੈਂਦਾ ਹੈ, ਠੀਕ ਹੈ, ਤਾਂ ਉਹਦੀ ਜਿਹੜੀ ਸਟੇਟਮੈਂਟ ਹੈਗੀ ਹੈ ਇਹ ਸਾਰਿਆਂ ਤੇ ਇਫੈਕਟ ਕਰਦੀ ਹੈਗੀ ਹੈ, ਤੇ ਜਿਹੜੇ ਬਾਕੀ ਦੋਸ਼ੀ ਹੈਗੇ ਆ ਉਹਨਾਂ ਦੇ ਉੱਪਰ ਵੀ ਇਹ ਇਫੈਕਟ ਕਰਦੀ ਹੈ। ਨੈਕਸਟ ਹੈਗਾ ਸਟੇਟਮੈਂਟ, ਇਹ ਸੈਕਸ਼ਨ 32, ਇਹ ਬਹੁਤ ਇੰਪੋਰਟੈਂਟ ਸੈਕਸ਼ਨ ਹੈਗੀ ਹੈ। ਸਟੇਟਮੈਂਟ ਬਾਈ ਦਾ ਪਰਸਨਸ ਹੂ ਕੈਨ ਨਾਟ ਬੀ ਕਾਲਡ ਐਜ਼ ਵਿਟਨਸ। ਕੋਈ ਸਟੇਟਮੈਂਟ ਕਿਸੇ ਵਿਅਕਤੀ ਨੇ ਦਿੱਤੀ ਵੀ ਹੈਗੀ ਹੈ ਜਿਹਨੂੰ ਕਿ ਵਿਟਨਸ ਦੇ ਤੌਰ ਤੇ ਕੋਰਟ ਦੇ ਵਿੱਚ ਅਸੀਂ ਨਹੀਂ ਬੁਲਾਇਆ ਜਾ ਸਕਦਾ। ਉਹ ਜਿਹੜੀਆਂ ਸਟੇਟਮੈਂਟਸ ਕਿਹੜੀਆਂ ਸਟੇਟਮੈਂਟਸ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਰੈਲੀਵੈਂਟ ਮੰਨੀ ਜਾਂਦੇ ਕੋਰਟ ਦੇ ਵਿੱਚ, ਪਰ ਉਹ ਵਿਅਕਤੀ ਨੂੰ ਕੋਰਟ ਦੇ ਵਿੱਚ ਅਸੀਂ ਪੇਸ਼ ਨਹੀਂ ਕਰ ਸਕਦੇ। ਜਿਵੇਂ ਕਿ ਗੱਲ ਕਰਦੇ ਆਪਾਂ ਡਾਈਂਗ ਡਿਕਲੇਰੇਸ਼ਨ ਦੀ। ਡਾਈਂਗ ਡਿਕਲੇਰੇਸ਼ਨ, ਕੋਈ ਵਿਅਕਤੀ ਮਰਦੇ ਕੋਈ ਹਸਪੀਟਲ ਦੇ ਵਿੱਚ ਜਾਂ ਕਿਸੇ ਜਗ੍ਹਾ ਤੇ ਕੋਈ ਸਟੇਟਮੈਂਟ ਦਿੰਦਾ ਹੈ, ਬਿਆਨ ਦਿੰਦਾ ਹੈਗਾ, ਫਿਰ ਉਹਦੀ ਡੈਥ ਹੋ ਜਾਂਦੀ ਹੈ। ਉਹ ਦੱਸਦਾ ਵੀ ਮੇਰੇ ਮਰਨ ਦਾ ਕਾਰਨ ਕੀ ਹੈ, ਕਿਹੜੇ ਵਿਅਕਤੀ ਨੇ ਮੈਨੂੰ ਇੰਜਰੀ ਦਿੱਤੀ ਹੈ, ਕਿਸੇ ਨੇ ਮੈਨੂੰ ਸੱਟ ਫੇਟ ਮਾਰੀ ਹੈਗੀ ਹੈ, ਠੀਕ ਹੈ। ਉਹ ਵਿਅਕਤੀ ਬਾਅਦ 'ਚ ਡੈਥ ਉਹਦੀ ਹੋ ਜਾਂਦੀ ਹੈ, ਪਰ ਜਿਹੜੀ ਉਹ ਸਟੇਟਮੈਂਟ ਦੇ ਗਿਆ, ਠੀਕ ਹੈ, ਉਹ ਜਿਹੜੀ ਸਟੇਟਮੈਂਟ ਹੈਗੀ ਹੈ ਉਹ ਕੋਰਟ ਦੇ ਵਿੱਚ ਰੈਲੀਵੈਂਟ ਹੁੰਦੀ ਹੈ, ਪਰ ਬੇਸ਼ੱਕ ਉਹ ਮਤਲਬ ਕਿ ਉਹ ਵਿਅਕਤੀ ਕੋਰਟ ਦੇ ਵਿੱਚ ਨਹੀਂ ਆ ਸਕਿਆ। ਡਾਈਂਗ ਡਿਕਲੇਰੇਸ਼ਨ ਕਹਿੰਦੇ ਹਾਂ ਅਸੀਂ ਉਸਨੂੰ। when it relates to the cause of death, subsection 1 ਦੇ ਵਿੱਚ ਕੀ ਕਿਹਾ ਗਿਆ, ਪਹਿਲਾਂ ਤਾਂ 32 ਦਾ ਅਸੀਂ ਹੈਡ ਪੜ੍ਹ ਕੇ ਦੇਖਦੇ ਹਾਂ। ਸਟੇਟਮੈਂਟਸ written or verbal of relevant facts made by a person who is dead or who cannot be found or who has become incapable of giving evidence or whose attendance cannot be procured without an amount of delay or expense, which under the circumstances of the case appears to the court unreasonable, are themselves relevant facts in the following cases। ਥੱਲੇ ਕੁਝ ਕੇਸ ਦੱਸੇ ਗਏ ਨੇ, ਕਿਹੜੇ ਕੇਸ ਦੇ ਵਿੱਚ when it relates to the cause of death, ਜਦੋਂ ਕਿਸੇ ਵਿਅਕਤੀ ਦੀ ਡੈਥ ਹੋ ਜਾਂਦੀ ਹੈ, ਠੀਕ ਹੈ, ਉਹਦਾ ਡੈਥ ਦਾ ਕਾਰਨ ਕੀ ਹੈਗਾ, ਉਹ ਬੰਦਾ ਸਟੇਟਮੈਂਟ ਦੇ ਕੇ ਜਾਂਦਾ ਵੀ ਮੇਰੀ ਮੌਤ ਦਾ ਕਾਰਨ ਕੀ ਹੈਗਾ। ਉਹ ਜਿਹੜੀ ਸਟੇਟਮੈਂਟ ਹੈਗੀ ਹੈ ਇਹ ਵਿਟਨਸ ਨੂੰ ਬੁਲਾਏ ਬਗੈਰ ਹੀ
ਜਿਸ ਬੰਦੇ ਨੇ ਸਟੇਟਮੈਂਟ ਦਿੱਤੀ ਉਹਨੂੰ ਬੁਲਾਏ ਬਗੈਰ ਹੀ ਜਿਹੜੀ ਰੈਲੀਵੈਂਟ ਮੰਨੀ ਜਾਂਦੀ ਹੈ ਕੋਰਟ ਦੇ ਵਿੱਚ। ਸਬਸੈਕਸ਼ਨ 2 ਚ ਕੀ ਕਿਹਾ ਗਿਆ? ਔਰ ਇਜ਼ ਮੇਡ ਇਨ ਦਾ ਕੋਰਸ ਆਫ ਬਿਜ਼ਨਸ, ਰੂਟੀਨ ਦੇ ਬਿਜ਼ਨਸ ਡੇਲੀ ਜਿਹੜੀ ਬਿਜ਼ਨਸ ਦੇ ਵਿੱਚ ਡੇਲੀ ਕੈਸ਼ ਬੁੱਕ ਲੱਗੀ ਹੁੰਦੀ ਹੈ, ਲੈਜਰ ਬੁੱਕ ਲੱਗੀ ਹੋਈ ਹੁੰਦੀ ਹੈ, ਠੀਕ ਹੈ। ਉਹਦੇ 'ਚ ਜਿਹੜੀਆਂ ਰੂਟੀਨ ਦੇ ਵਿੱਚ ਇੰਕਰੀਮੈਂਟਸ, ਰੂਟੀਨ ਦੇ ਵਿੱਚ ਜਿਹੜੀਆਂ ਮਤਲਬ ਕਿ ਐਂਟਰੀਜ਼ ਵਗੈਰਾ ਕੀਤੀਆਂ ਜਾਂਦੀਆਂ ਹੈਗੀਆਂ ਨੇ ਅਕਾਊਂਟੈਂਟਸ ਵੱਲੋਂ, ਠੀਕ ਹੈ। ਇੱਦਾਂ ਦੀਆਂ ਜਿਹੜੀਆਂ ਐਂਟਰੀਜ਼ ਹੁੰਦੀਆਂ ਨੇ ਉਹ ਬੁੱਕ ਸ਼ੋਅ ਕਰਦੀ ਹੈ ਤੁਹਾਡੀਆਂ ਵੀ 20 ਤਰੀਕ ਨੂੰ ਕੀ ਕਾਰੋਬਾਰ ਕੀਤਾ, ਕਿਸ ਦੀ ਪੇਮੈਂਟ ਆਈ, ਕਿਸ ਦੀ ਗਈ, ਕਿਹਨੂੰ ਕਿੰਨੀ ਗਈ, ਕਿਸ ਦੀ ਪੇਮੈਂਟ ਆਈ, ਕਿਸ ਦੀ ਗਈ, ਕਿਆ ਮਤਲਬ ਕਿ ਐਂਟਰੀਆਂ ਜਿਹੜੀਆਂ ਪਈਆਂ ਹੈਗੀਆਂ ਨੇ। ਇਸ ਨੂੰ ਵੀ ਜਿਹੜਾ ਹੈਗਾ ਰੈਲੀਵੈਂਟ ਮੰਨਿਆ ਜਾਂਦਾ ਹੈ। ਇਹ ਜੇ ਬੁੱਕ ਕੋਈ ਆ ਕੇ ਪੇਸ਼ ਕਰਦਾ ਹੈਗਾ ਤਾਂ ਵਿਅਕਤੀ ਕਿਸ ਨੇ ਐਂਟਰੀ ਕੀਤੀਆਂ, ਕਿਸੇ ਨੇ ਨਹੀਂ ਐਂਟਰੀ ਕੀਤੀਆਂ, ਉਹਦੀ ਜ਼ਰੂਰਤ ਨਹੀਂ ਹੁੰਦੀ। ਬੁੱਕ ਪੇਸ਼ ਕਰਨ ਵਾਲੀ ਉਸ ਨੂੰ ਜਿਹੜਾ ਹੈਗਾ ਰੈਲੀਵੈਂਟ ਮੰਨਿਆ ਜਾਂਦਾ ਹੈ। ਜਾਂ ਫਿਰ ਥਰਡ ਤੇ ਕਿਹਾ ਗਿਆ ਅਗੇਂਸਟ ਇੰਟਰਸਟ ਆਫ ਦਾ ਮੇਕਰ, ਜੇ ਕੋਈ ਸਟੇਟਮੈਂਟ ਕਿਸੇ ਵਿਅਕਤੀ ਵੱਲੋਂ ਦਿੱਤੀ ਗਈ ਹੈ ਪਰ ਉਹ ਜਿਹੜੀ ਸਟੇਟਮੈਂਟ ਹੈ ਉਹਦੇ ਹੀ ਖਿਲਾਫ ਦੀ ਸਟੇਟਮੈਂਟ ਹੈਗੀ ਹੈ, ਦੈਨ ਇਟ ਇਜ਼ ਆਲਸੋ ਰੈਲੀਵੈਂਟ। ਸਟੇਟਮੈਂਟ ਵਿਅਕਤੀ ਨੂੰ ਕੋਰਟ ਦੇ ਵਿੱਚ ਲੈ ਕੇ ਆਉਣ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ। ਸਟੇਟਮੈਂਟ ਕੋਈ ਵਿਅਕਤੀ ਦੇ ਰਿਹਾ ਆਪਦੇ ਹੀ ਖਿਲਾਫ ਦੇ ਰਿਹਾ ਹੈਗਾ, ਠੀਕ ਹੈ। ਔਰ ਗਿਵਸ ਓਪੀਨੀਅਨ ਐਜ਼ ਟੂ ਦ ਪਬਲਿਕ ਰਾਈਟ ਔਰ ਕਸਟਮ ਔਰ ਦ ਮੈਟਰਸ ਆਫ ਦ ਜਨਰਲ ਇੰਟਰਸਟ। ਕੋਈ ਮਤਲਬ ਕਿ ਕੋਈ ਵਿਅਕਤੀ ਨੇ ਕੋਈ ਓਪੀਨੀਅਨ ਦਿੱਤਾ ਹੈਗਾ ਪਬਲਿਕ ਰਾਈਟ ਦੇ ਸੰਬੰਧ ਵਿੱਚ ਦਿੱਤਾ ਹੈ, ਕਸਟਮ ਦੇ ਸੰਬੰਧ ਵਿੱਚ ਦਿੱਤਾ ਹੈਗਾ, ਮੈਟਰ ਦੇ ਕੋਈ ਹੋਰ ਜਨਰਲ ਮੈਟਰ ਹੈਗਾ ਉਹਦੇ ਸੰਬੰਧ ਵਿੱਚ ਦਿੱਤਾ ਹੈਗਾ। ਇੱਦਾਂ ਦੇ ਜਿਹੜੇ ਓਪੀਨੀਅਨ ਨੇ, ਜਨਰਲ ਓਪੀਨੀਅਨ ਜਿਹੜੇ ਹੈਗੇ ਨੇ ਉਹ ਵੀ ਜਿਹੜੇ ਹੈਗੇ ਮੰਨਣਯੋਗ ਹੁੰਦੇ ਨੇ ਕੋਰਟ ਦੇ ਵਿੱਚ, ਰੈਲੀਵੈਂਟ ਫੈਕਟ ਮੰਨੇ ਜਾਂਦੇ ਆ। ਔਰ ਰਿਲੇਟਸ ਟੂ ਦਾ ਐਗਜ਼ਿਸਟੈਂਸ ਆਫ ਦਾ ਰਿਲੇਸ਼ਨਸ਼ਿਪ, ਕੋਈ ਇਦਾਂ ਦੀ ਸਟੇਟਮੈਂਟ ਹੈਗੀ ਹੈ ਜਿਹਦੇ ਤੋਂ ਕੋਈ ਕਿਸੇ ਦੀ ਆਪਸੀ ਰਿਲੇਸ਼ਨਸ਼ਿਪ ਦਾ ਪਤਾ ਲੱਗਦਾ ਹੈ, ਰਿਲੇਸ਼ਨਸ਼ਿਪ ਬਾਈ ਦਾ ਬਲੱਡ, ਬਾਈ ਮੈਰਿਜ ਔਰ ਅਡੋਪਸ਼ਨ ਬਿਟਵੀਨ ਦਾ ਪਰਸਨਸ ਐਜ਼ ਟੂ ਦਾ ਹੂਜ਼ ਰਿਲੇਸ਼ਨਸ਼ਿਪ ਬਾਈ ਦਾ ਬਲੱਡ, ਮੈਰਿਜ ਔਰ ਅਡੋਪਸ਼ਨ, ਠੀਕ ਹੈ। ਇਦਾਂ ਦੀ ਸਟੇਟਮੈਂਟ ਕਿਸੇ ਵਿਅਕਤੀ ਨੇ ਕਿਸੇ ਸਟੇਜ ਤੇ ਦਿੱਤੀ ਹੈ, ਕਿਸੇ ਵੀ ਮੌਕੇ ਤੇ ਕੋਈ ਸਟੇਟਮੈਂਟ ਦਿੱਤੀ ਗਈ ਹੈਗੀ ਹੈ ਕਿਸੇ ਵਿਅਕਤੀ ਵੱਲੋਂ, ਉਹ ਸਟੇਟਮੈਂਟ ਹੀ ਲੈ ਕੇ ਕੋਰਟ 'ਚ ਪੇਸ਼ ਕੀਤੀ ਜਾ ਸਕਦੀ ਹੈ, ਉਸ ਵਿਅਕਤੀ ਨੂੰ ਲੈ ਕੇ ਆਉਣ ਦੀ ਲੋੜ ਨਹੀਂ ਹੁੰਦੀ। ਔਰ ਇਜ਼ ਮੇਡ ਇਨ ਵਿਲ ਔਰ ਡੀਡ, ਕਿਸੇ ਬਿੱਲ ਦੇ ਵਿੱਚ, ਕਿਸੇ ਡੀਡ ਦੇ ਵਿੱਚ ਕੋਈ ਸਟੇਟਮੈਂਟ ਹੈਗੀ ਹੈ ਦਿੱਤੀ ਹੋਈ, ਰੂਟੀਨ ਦੇ ਵਿੱਚ ਦਿੱਤੀ ਵੀ ਹੈਗੀ ਹੈ। ਇੱਥੇ ਵੀ ਉਸ ਵਿਅਕਤੀ ਨੇ ਕਿਸ ਨੇ ਉਹ ਬਿੱਲ ਲਿਖੀ ਸੀ ਜਾਂ ਕਿਸ ਨੇ ਉਹ ਸਟੇਟਮੈਂਟ ਦਿੱਤੀ ਸੀਗੀ, ਫੈਮਿਲੀ ਅਫੇਅਰ ਦੇ ਸੰਬੰਧ ਵਿੱਚ ਕੋਈ ਸਟੇਟਮੈਂਟ ਦਿੱਤੀ ਵੀ ਹੈ, ਉੱਥੇ ਬਿੱਲ ਹੀ ਪੇਸ਼ ਕੀਤੀ ਜਾਣੀ ਸਫੀਸ਼ੀਐਂਟ ਹੈਗੀ ਹੈ, ਬੰਦੇ ਨੂੰ ਐਜ ਏ ਵਿਟਨੈਸ ਲਿਆਉਣ ਦੀ ਲੋੜ ਨਹੀਂ ਹੁੰਦੀ। ਇੱਦਾਂ ਹੀ ਹੈਗਾ ਔਰ ਇਜ਼ ਡਾਕੂਮੈਂਟ ਰਿਲੇਟਿੰਗ ਟੂ ਦਾ ਟ੍ਰਾਂਜੈਕਸ਼ਨਸ ਮੈਂਸ਼ਨ ਇਨ ਸੈਕਸ਼ਨ 13 ਕਲਾਸ ਏ, ਕੋਈ ਟ੍ਰਾਂਜੈਕਸ਼ਨ ਹੋਈ ਵੀ ਹੈ, ਕੋਈ ਡਾਕੂਮੈਂਟ ਹੈ, ਉਹਦੇ 'ਚ ਕੋਈ ਸਟੇਟਮੈਂਟ, ਉਹਦਾ ਕੋਈ ਕੰਟੈਂਟਸ ਹੈਗੇ ਹੈ, ਠੀਕ ਹੈ ਜੀ। ਮਤਲਬ ਕਿ ਇਹ ਕਿਹਾ ਗਿਆ ਵੀ ਰੂਟੀਨ ਦੇ ਵਿੱਚ ਕੋਈ ਇੱਦਾਂ ਦੀ ਕਾਰਵਾਈ ਹੁੰਦੀ ਹੈ, ਜਿਹੜੇ ਕੰਟੈਂਟਸ ਲਿਖੇ ਜਾਂਦੇ, ਕੋਈ ਵਰਡਿੰਗ, ਕੋਈ ਸਟੇਟਮੈਂਟ ਹੈ, ਉਹਦੇ ਵਿੱਚ ਜਿਹੜੇ ਹੈਗੇ ਵਿਟਨੈਸ ਨੂੰ ਪੇਸ਼ ਕਰਨ ਦੀ ਲੋੜ ਨਹੀਂ ਹੁੰਦੀ। ਇਹ ਸੈਕਸ਼ਨ 32 ਦੇ ਕੁਐਸਚਨ ਆ ਜਾਂਦੇ ਆਮ ਤੌਰ ਤੇ, ਇਹਨੂੰ ਦੁਬਾਰਾ ਇੱਕ ਵਾਰੀ ਫਿਰ ਤੁਸੀਂ ਪੜ੍ਹ ਲਿਓ ਇੱਕ ਵਾਰੀ। Statement made under special circumstances, entries in the books of the accounts when relevant. Entries in the books of the account regularly kept in the course of the business are relevant whenever they refer to a matter into which court has to inquiry. But such statement shall not alone be sufficient evidence to charge any person with the liability. ਜਿਵੇਂ ਕਿ ਇੱਕ ਐਗਜ਼ਾਮਪਲ ਦਿੱਤੀ ਗਈ ਹੈ, A shoes B for ₹1000 and shows entries in his account books showing B to be indebted to him to this amount. The entries are relevant but are not sufficient without other evidence to prove the debt. ਮਤਲਬ ਕਿ ਐਂਟਰੀ ਤਾਂ ਹੈਗੀਆਂ ਰੈਲੀਵੈਂਟ ਨੇ ਪਰ ਨਾਲ ਹੀ ਕਿਹਾ ਗਿਆ ਵੀ ਇਹਦੀ ਪ੍ਰੂਫ ਵੀ ਦੇਣਾ ਪਏਗਾ। ਐਂਟਰੀਜ਼ ਆਰ ਰੈਲੀਵੈਂਟ ਬਟ ਨਾਟ ਸਫੀਸ਼ੀਐਂਟ, ਰੈਲੀਵੈਂਟ ਤਾਂ ਹੈਗੀਆਂ ਨੇ ਬਟ ਨਾਟ ਸਫੀਸ਼ੀਐਂਟ ਵਿਦਆਊਟ ਅਦਰ ਐਵੀਡੈਂਸ to prove the debt. ਜਿਵੇਂ ਕੋਈ ਸਟੇਟਮੈਂਟ ਦਿੱਤੀ ਗਈ ਹੈ ਕਿਸੇ ਪਬਲਿਸ਼ਡ ਮੈਪ ਹੈਗਾ, statements of facts in issue of relevant facts made in published maps or charts generally offered for the public sale or in maps or plans. ਕੋਈ ਜਨਰਲ ਪਬਲੀਕੇਸ਼ਨ ਕੀਤੀ ਗਈ ਹੈ ਉਹ that is also irrelevant. Relevancy statement as the fact of public nature ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ। ਅੱਗੇ ਆ ਗਿਆ judgments of the courts,
जस्टिस वैन रेलिवेंट, जी कोर्ट ने कोई जजमेंट देती, ठीक है जी, जजमेंट कोर्ट ने ਦਿੱਤੀ ਵੀ रेलिवेंट होएगी प्रीवियस जजमेंट्स रेलिवेंट टू बार ए सेकंड सूट और ट्रायल की जजमेंट ਪਹਿਲਾਂ ਹੋ ਚੁੱਕੀ ਹੈ ਤੇ ਦੁਬਾਰਾ ਕੋਈ ਜਿਵੇਂ ਆਪਾਂ ਸੈਕਸ਼ਨ 10 ਪੜਿਆ ਸੀਗਾ ਸੀਪੀਸੀ ਦੇ ਵਿੱਚ, ਠੀਕ ਹੈ, प्रीवियस जजमेंट्स रेलिवेंट टू बार ए सेकंड सूट, ਦੁਬਾਰਾ ਜਿਹੜਾ ਹੈਗਾ ਦੁਬਾਰਾ ਸੂਟ ਜਿਹੜਾ ਹੈਗਾ ਟਰਾਈ ਨਹੀਂ ਹੋ ਸਕਦਾ ਜੇ ਪਹਿਲਾਂ ਹੀ ਉਸ ਵਿਸ਼ੇ ਤੇ ਉੱਪਰ ਪਾਰਟੀਆਂ ਦੇ ਵਿਚਕਾਰ ਸੇਮ ਸਬਜੈਕਟ ਮੈਟਰ ਨੂੰ ਲੈ ਕੇ ਸੇਮ ਪਾਰਟੀਆਂ ਦੇ ਵਿਚਕਾਰ ਕੋਈ ਜਿਹੜਾ ਪਹਿਲਾਂ ਹੀ ਜਜਮੈਂਟ ਹੋ ਚੁੱਕੀ ਹੈ ਫਿਰ ਦੁਬਾਰਾ ਉਹ ਜਿਹੜੀ ਹੈਗੀ ਆ ਸਫੀਸ਼ੀਐਂਟ ਹੈਗੀ ਹੈ ਜਜਮੈਂਟ, ਉਹ ਜਜਮੈਂਟ ਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਹੈ ਜੋ ਜਜਮੈਂਟ ਕਦੋਂ ਹੋਈ ਕਿਸ ਤਰ੍ਹਾਂ ਹੋਈ ਉਹਦੇ ਚ ਕਿਹੜੀਆਂ ਪਾਰਟੀਆਂ ਸੀਗੀਆਂ ਉਹਨੂੰ ਪ੍ਰੂਵ ਕਰਨ ਦੀ ਲੋੜ ਨਹੀਂ, ਜਜਮੈਂਟ ਹੀ ਪੇਸ਼ ਕੀਤੀ ਜਾ ਸਕਦੀ ਹੈ, ਤਾਂ ਦਿਟ ਇਜ਼ ਅ ਰੈਲੀਵੈਂਟ ਫੈਕਟ ਹੈਗਾ। Relevancy and effect of judgments, orders, decrees other than those mentioned in the section 41, ਕੋਈ ਵੀ ਡਿਗਰੀ ਪਾਸ ਹੋਈ ਵੀ ਹੈ, ਕੋਈ ਜਜਮੈਂਟ ਪਾਸ ਹੋਈ ਹੈ, ਕੋਈ ਆਰਡਰ ਪਾਸ ਹੋਇਆ ਹੈਗਾ, ਠੀਕ ਹੈ, ਉਹਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਹੁੰਦੀ, ਉਹ ਆਪਦੇ ਵਿੱਚ ਹੀ ਇੱਕ ਕੰਕਲੂਸਿਵ ਪ੍ਰੂਫ ਹੁੰਦਾ ਹੈਗਾ। ਜਜਮੈਂਟ ਐਕਸਟਰਾ ਅਦਰ ਦੈਨ ਦੋਜ਼ ਮੈਂਸ਼ਨਡ 42 ਚਲੋ। fraud or collusion in obtaining judgments or incompetency of the court may be proved, ਕੋਈ ਜਜਮੈਂਟ ਦੀ ਗੱਲ ਕੀਤੀ ਗਈ ਹੈ, ਕੋਈ ਜਜਮੈਂਟ ਹੈਗੀ ਹੈ, ਠੀਕ ਹੈ, ਪਰ ਉੱਥੇ ਜਿਹੜੀ ਜਜਮੈਂਟ ਹੈਗੀ ਹੈ ਜੇ ਕੋਈ ਪਾਰਟੀ ਕਹਿੰਦੀ ਵੀ ਇਹ ਜਜਮੈਂਟ ਤਾਂ ਫਰਾਡ ਨਾਲ ਲਈ ਗਈ ਹੈ ਜਾਂ ਕੋਰਟ ਕੰਪੀਟੈਂਟ ਹੀ ਨਹੀਂ ਹੈਗੀ ਸੀਗੀ, ਠੀਕ ਹੈ, ਐਨੀ ਪਾਰਟੀ ਟੂ ਅ ਸੂਟ ਔਰ ਅਦਰ proceeding may show that any judgment, order or decree which is relevant under section 40 to 42 and which has been proved by the adverse party was delivered by a court not competent to deliver it or was obtained by the fraud or collusion, ਤਾਂ ਇਹ ਉਹਨੂੰ ਪ੍ਰੂਵ ਕਰਨਾ ਪਏਗਾ ਪਾਰਟੀ ਨੂੰ, ਜਿਹੜੀ ਪਾਰਟੀ ਕਹਿੰਦੀ ਵੀ ਇਹ ਜਜਮੈਂਟ ਫਰਾਡ ਨਾਲ ਲਈ ਗਈ ਹੈ ਜਾਂ ਕੋਰਟ ਕੰਪੀਟੈਂਟ ਨਹੀਂ ਸੀਗੀ, ਇਹ ਪਾਰਟੀ ਨੂੰ ਜਿਹੜੀ ਪਾਰਟੀ ਕਹਿੰਦੀ ਹੈ ਗੱਲ ਤਾਂ ਉਹਨੂੰ ਪ੍ਰੂਵ ਦੇਣਾ ਪਏਗਾ। opinion of the third persons when relevant, third person ਕੌਣ ਹੁੰਦੇ ਹੈ? ਐਕਸਪਰਟਸ, ਜਿਵੇਂ ਕੋਈ ਫਿੰਗਰ ਐਕਸਪਰਟ ਦੀ ਗੱਲ ਆ ਗਈ, ਕੋਈ ਰਾਈਟਿੰਗ ਦੀ ਗੱਲ ਆ ਗਈ, ਠੀਕ ਹੈ, ਕੋਈ ਕੋਈ ਡਾਕੂਮੈਂਟ ਕਿਸੇ ਨੇ ਲਿਖਿਆ ਹੋਇਆ, ਇਹ ਲਿਖਾਈ ਕਿਹਦੀ ਹੈ ਕਿਹਦੀ ਨਹੀਂ ਹੈਗੀ, ਤਾਂ ਇੱਦਾਂ ਦੀ ਜਿਹੜੀ ਹੈਗੀ ਹੈ ਜਿਹੜੀ ਥਰਡ ਪਰਸਨ ਦੀ ਜਿਹੜੀ ਓਪੀਨੀਅਨ ਹੈਗੀ ਹੈ ਉਹਦੀ ਗੱਲ ਕੀਤੀ ਗਿਆ। ਓਪੀਨੀਅਨਸ ਆਫ ਦਾ ਐਕਸਪਰਟਸ when the court has to form an opinion from a point of foreign law or science or art or as to the identity of handwriting or finger expressions, the opinions upon that point of the person specially skilled, ਜਿਹੜੇ ਫਿੰਗਰ ਐਕਸਪਰਟ ਹੁੰਦੇ ਉਹਨਾਂ ਦੀ ਗੱਲ ਕੀਤੀ ਗਈ ਹੈ। in such foreign law, science or art or in question as to the identity of the handwriting or finger expression are relevant facts, ਜੇ ਕੋਈ ਉਹ ਕੋਈ ਸਟੇਟਮੈਂਟ ਦਿੰਦੇ ਆ, ਆਪਣੀ ਕੋਈ ਰਿਪੋਰਟ ਦਿੰਦੇ ਆ ਕਿਸੇ ਡਾਕੂਮੈਂਟ ਨੂੰ ਲੈ ਕੇ, ਇਹ ਡਾਕੂਮੈਂਟ ਜਿਹੜਾ ਮਤਲਬ ਕਿ ਐਗਜ਼ੀਕਿਊਟ ਕੀਤਾ ਕਿਸ ਵਿਅਕਤੀ ਨੇ ਕੀਤਾ, ਉਹਦੇ ਹੀ ਕੋਈ ਹੋਰ ਡਾਕੂਮੈਂਟ ਉਹਦੇ ਵੱਲੋਂ ਕੀਤਾ ਗਿਆ ਐਗਜ਼ੀਕਿਊਟ ਕੀਤਾ ਗਿਆ ਹੋਵੇ ਪਹਿਲਾਂ, ਉਹਦੇ ਨਾਲ ਉਹਦੇ ਜਿਹੜੇ ਸਿਗਨੇਚਰ ਨੇ ਉਹਨੂੰ ਵੈਰੀਫਾਈ ਕਰਕੇ ਜਿਹੜੀ ਕੋਈ ਰਿਪੋਰਟ ਥਰਡ ਪਰਸਨ ਵੱਲੋਂ ਦਿੱਤੀ ਜਾਂਦੀ ਹੈ, ਇੱਦਾਂ ਦੇ ਕਿਸੇ ਐਕਸਪਰਟ ਵੱਲੋਂ ਦਿੱਤੀ ਜਾਂਦੀ ਹੈ, ਤਾਂ ਉਹ ਰੈਲੀਵੈਂਟ ਫੈਕਟ ਮੰਨੀ ਜਾਂਦੀ ਹੈ ਜਦੋਂ ਤੱਕ ਉਸ ਨੂੰ ਕੋਈ ਡਿਸਪਰੂਵ ਨਾ ਕਰ ਦੇਵੇ। ਸੱਚ ਪਰਸਨਸ ਆਰ ਕਾਲਡ ਐਕਸਪਰਟਸ। ਹੁਣ ਕੋਰਟਾਂ ਦੇ ਵਿੱਚ ਗੱਲ ਸੁਣੋ, ਇਹ ਮਤਲਬ ਕਿ ਇਹ ਜਿਹੜੇ ਐਕਸਪਰਟਸ ਦੀ ਗੱਲ ਹੀ ਕਰ ਲਈ ਆਪਾਂ, ਇੱਕ ਰਿਪੋਰਟ ਐਕਸਪਰਟਸ ਤੋਂ ਮਤਲਬ ਕਿ ਇਹ ਪਾਰਟੀ ਦੇ ਹੱਕ 'ਚ ਆ ਗਈ ਕਿਸੇ ਐਕਸਪਰਟ ਦੀ ਰਿਪੋਰਟ, ਫਿਰ ਕਿਸੇ ਹੋਰ ਐਕਸਪਰਟ ਦੀ ਜਿਹੜੀ ਰਿਪੋਰਟ ਹੈ ਉਹ ਬੀ ਪਾਰਟੀ ਦੇ ਹੱਕ ਦੇ ਵਿੱਚ ਆ ਗਈ। ਇੱਕ ਪਾਰਟੀ ਨੇ ਕਹਤਾ ਇਹ ਡਾਕੂਮੈਂਟ ਸਹੀ ਹੈ, ਇਸੇ ਬੰਦੇ ਦੀ ਰਾਈਟਿੰਗ ਹੈ, ਦੂਜੇ ਐਕਸਪਰਟ ਨੇ ਕਹਤਾ ਇਹ ਜਿਹੜੀ ਡਾਕੂਮੈਂਟ ਹੈ ਇਹਦੀ ਮਤਲਬ ਕਿ ਰਾਈਟਿੰਗ ਨਹੀਂ ਹੈਗੀ, ਫਿਰ ਕੀ ਕਰਾਂਗੇ? ਫਿਰ ਕੋਰਟ ਕੀ ਕਰਦੀ ਹੈਗੀ ਹੈ, ਮਤਲਬ ਕਿ ਡਿਫਰੈਂਟ ਕੰਟਰਾਡਿਕਟਰੀ ਓਪੀਨੀਅਨ ਵੀ ਕਈ ਵਾਰੀ ਆ ਜਾਂਦੇ ਨੇ ਇੱਕੋ ਸਬਜੈਕਟ ਮੈਟਰ ਨੂੰ ਲੈ ਕੇ, ਇੱਕੋ ਡਾਕੂਮੈਂਟ ਨੂੰ ਲੈ ਕੇ, ਉਹਦੀ ਕੰਟੈਂਟਸ ਨੂੰ ਜਾਂ ਉਹਦੇ ਸਿਗਨੇਚਰ ਨੂੰ ਲੈ ਕੇ ਜਾਂ ਉਹਦੇ ਅੰਗੂਠੇ ਨੂੰ ਲੈ ਕੇ ਇੱਕ ਐਕਸਪਰਟ ਦਾ ਓਪੀਨੀਅਨ ਕੋਈ ਹੋ ਸਕਦਾ, ਦੂਜੇ ਐਕਸਪਰਟ ਦਾ ਓਪੀਨੀਅਨ ਕੋਈ ਹੋਰ ਹੋ ਸਕਦਾ। ਫਿਰ ਇਹੋ ਜਿਹੀ ਸਥਿਤੀ ਦੇ ਵਿੱਚ ਜਿਹੜੀ ਕੋਰਟ ਹੈਗੀ, ਕੋਰਟ ਨੇ ਆਪਣੇ ਪੱਧਰ ਤੇ ਜਿਹੜਾ ਹੈਗਾ ਫੈਸਲਾ ਲੈਣਾ ਹੁੰਦਾ ਹੈ। Opinion as to the handwriting when relevant, when the court has to
form an opinion as to the person by whom any document was written or signed। ਜਦੋਂ ਕੋਰਟ ਨੂੰ ਲੋੜ ਹੈਗੀ ਹੈ ਵੀ ਇਹ ਜਿਹੜਾ ਡਾਕੂਮੈਂਟ ਹੈ ਕਿਸ ਵਿਅਕਤੀ ਨੇ ਲਿਖਿਆ ਹੋਇਆ ਹੈ, ਉਹਦੇ ਸਾਈਨ ਕਿਹਦੇ ਸਾਈਨ ਹੋਏ ਹੋਏ ਨੇ, ਤਾਂ opinion of any person acquainted with the handwriting of the person by whom it is supposed to be written or signed that it was or was not written, ਲਿਖਿਆ ਗਿਆ ਉਹਦੇ ਵੱਲੋਂ ਜਾਂ ਨਹੀਂ ਲਿਖਿਆ ਗਿਆ ਉਹਦੇ ਵੱਲੋਂ, signed by the person or not, it is a relevant fact। ਜਿਹਦੀ ਕਿ ਥਰਡ ਪਰਸਨ ਦੀ ਜਿਹੜੀ opinion ਹੈਗੀ ਹੈ ਉਹ ਰੈਲੀਵੈਂਟ ਮੰਨੀ ਜਾਂਦੀ ਹੈ, ਐਕਸਪਰਟ ਦੀ opinion। ਕਈ ਵਾਰੀ ਇੱਕ ਕੰਟਰਾਡਿਕਟਿਵ ਹੋ ਜਾਂਦੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ। Opinion on the relationship when relevant, when the court has to form an opinion as to the relationship of one person to another, ਇੱਕ ਵਿਅਕਤੀ ਦਾ ਦੂਜੇ ਪਰਸਨ ਦੇ ਨਾਲ ਕੀ ਰਿਲੇਸ਼ਨਸ਼ਿਪ ਹੈਗਾ ਕੀ ਨਹੀਂ ਹੈਗਾ, ਠੀਕ ਹੈ। ਤਾਂ opinion expressed by the conduct as to the existence of such relationship of any person, ਕੋਈ ਵਿਅਕਤੀ ਹੋਰ ਦਾ ਕਿਸੇ ਦਾ opinion, any person who as a member of the family or otherwise has specially means the knowledge, ਕੋਈ ਬਜ਼ੁਰਗ ਆ ਕੇ ਕੋਈ ਸਟੇਟਮੈਂਟ ਦਿੰਦਾ ਹੈਗਾ, ਠੀਕ ਹੈ, ਵੀ ਇਹਨਾਂ ਦਾ ਰਿਸ਼ਤਾ ਕੀ ਹੈ, ਕਿ ਇਹ ਆਪਸ ਦੇ ਵਿੱਚ ਕੋਈ ਅਡਾਪਸ਼ਨ ਕੀਤਾ ਹੋਇਆ ਨਹੀਂ ਕੀਤਾ ਹੋਇਆ, ਇਹਦਾ ਲੜਕਾ ਲੱਗਦਾ ਜਾਂ ਇਹਦਾ ਦੋਤਾ ਪੋਤਾ ਹੈਗਾ ਜਾਂ ਨਹੀਂ ਹੈਗਾ, ਇੱਦਾਂ ਕਿਸੇ ਫੈਮਿਲੀ ਮੈਂਬਰ ਦਾ ਕੋਈ ਰਿਲੇਸ਼ਨਸ਼ਿਪ 'ਚ ਆ ਕੇ ਕੋਈ ਵਿਅਕਤੀ ਸਟੇਟਮੈਂਟ ਦਿੰਦਾ ਹੈ, ਤਾਂ ਉਹ ਜਿਹੜੀ ਹੈਗੀ ਹੈ ਜੇ ਰੈਲੀਵੈਂਟ ਫੈਕਟ ਮੰਨੀ ਜਾਂਦੀ ਹੈ। ਜਿਵੇਂ ਕਿ ਇੱਕ ਐਗਜ਼ਾਮਪਲ ਹੈਗੀ ਹੈ, the question is whether A and B were married, the fact that they were usually received and treated by their friends as husband and wife is relevant। ਜਦੋਂ ਕੋਈ ਰਿਸ਼ਤੇਦਾਰ ਜਾਂ ਯਾਰ ਦੋਸਤ ਕਹਿੰਦੇ ਨੇ ਵੀ ਹਾਂ ਇਹ ਹਸਬੈਂਡ ਵਾਈਫ ਨੇ, ਠੀਕ ਹੈ, ਤਾਂ ਇਹ ਰੈਲੀਵੈਂਟ ਫੈਕਟ ਮੰਨਿਆ ਜਾਂਦਾ ਹੈ। ਚਲੋ grounds of opinion when relevant, whenever the opinion of any living person is relevant, the grounds on which such opinion is based are also relevant। ਜਿਹੜੇ grounds ਨੇ ਕਿਸ ground ਦੇ base ਤੇ ਕੋਈ opinion ਦਿੱਤਾ ਜਾ ਰਿਹਾ ਹੈ, ਠੀਕ ਹੈ, ਉਹ ਵੀ relevant ਹੁੰਦੀਆਂ ਨੇ। ਕਰੈਕਟਰ ਦੀ ਗੱਲ ਕੀਤੀ ਹੈ, ਕਰੈਕਟਰ ਕਦੋਂ ਰੈਲੀਵੈਂਟ ਹੁੰਦਾ ਹੈ, ਕ੍ਰਿਮੀਨਲ ਕੇਸਸ ਪ੍ਰੀਵੀਅਸ ਗੁੱਡ ਕਰੈਕਟਰ ਰੈਲੀਵੈਂਟ, ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਕਿਸੇ ਵਿਅਕਤੀ ਦਾ ਕੋਈ ਜਿਹੜਾ ਕਰੈਕਟਰ ਦੇਖਿਆ ਜਾਂਦਾ ਹੈ, ਕੈਸਾ ਸੀ ਕਰੈਕਟਰ ਦਾ, ਠੀਕ ਹੈ, ਚੰਗਾ ਸੀ ਮਾੜਾ ਸੀ, ਜਾਂ ਕੋਈ ਬੰਦਾ ਹੈਬਚੁਅਲ ਹੈਗਾ, ਅਫੈਂਡਰ ਹੈਗਾ, ਹੈਬਚੁਅਲ ਚੋਰੀਆਂ ਕਰਨ ਦਾ ਉਹ ਹੈਗਾ, ਆਦੀ ਹੈਗਾ, ਉਹ ਵੀ ਰੈਲੀਵੈਂਟ ਫੈਕਟ ਮੰਨਿਆ ਜਾਂਦਾ। ਕਰੈਕਟਰ ਐਜ਼ ਅਫੈਕਟਿੰਗ ਡੈਮੇਜਸ। ਨੈਕਸਟ ਆ ਗਿਆ on proof, chapter 3, facts which need not to be proved। ਕਿਹੜੇ ਫੈਕਟਸ ਜਿਹੜੇ ਕੋਰਟ ਨੂੰ ਹੈਗੇ ਪ੍ਰੂਵ ਕਰਨ ਦੀ ਲੋੜ ਨਹੀਂ ਹੁੰਦੀ, ਫੈਕਟਸ ਜੁਡੀਸ਼ੀਅਲੀ ਨੋਟਿਸੇਬਲ ਨੀਡ ਨਾਟ ਟੂ ਬੀ ਪ੍ਰੂਵਡ, ਨੋ ਫੈਕਟਸ ਆਫ ਵਿਚ the court will take judicial notice need not to be proved। ਜਦੋਂ ਕੋਰਟ ਆਪਦੇ ਪੱਧਰ ਤੇ ਕੋਈ ਨੋਟਿਸ ਲੈਂਦੀ ਹੈਗੀ ਹੈ ਤਾਂ ਉਹਨੂੰ ਪ੍ਰੂਫ ਦੀ ਕੋਈ ਲੋੜ ਨਹੀਂ ਪੈਂਦੀ। ਫੈਕਟਸ which courts must take judicial notice, judicial notice ਕਿੱਥੇ ਕਿਹੜੇ ਕਿਹੜੇ ਹੁੰਦੇ ਆ, the courts shall take judicial notice of the following facts, all the laws in force। ਜਿਵੇਂ ਕੋਈ ਕੋਰਟ ਲਾਅ ਬਣੇ ਹੋਏ ਨੇ ਆਪਣੇ, ਕੋਈ ਕਾਨੂੰਨ ਹੈਗਾ, ਠੀਕ ਹੈ, ਜੇ ਉਹ ਜਿਹੜਾ ਵੀ ਐਕਟ ਹੈਗਾ, ਵੱਖਰੇ ਵੱਖਰੇ ਐਕਟ ਹੈਗੇ ਆ, ਹੋਰ ਹੈਗੇ ਸਾਰੇ ਆਪਣੇ, ਠੀਕ ਹੈ, ਉਹਨਾਂ ਨੂੰ ਜਿਹੜੇ ਹੈਗੇ ਨੇ ਕੋਈ ਪ੍ਰੂਵ ਕਰਨ ਦੀ ਲੋੜ ਨਹੀਂ ਹੁੰਦੀ, ਉਹ ਰੈਲੀਵੈਂਟ ਫੈਕਟ ਮੰਨੇ ਜਾਂਦੇ ਨੇ। ਸਾਡਾ ਕਾਨੂੰਨ ਕੀ ਕਹਿੰਦਾ, ਕਿਹੜਾ ਲਾਅ ਕੀ ਕਹਿੰਦਾ ਹੈਗਾ, ਕੋਈ ਸਟੇਟ ਲਾਅ ਹੈਗਾ, ਕੋਈ ਸੈਂਟਰ ਦੇ ਲਾਅ ਬਣੇ ਹੋਏ ਹੈਗੇ ਨੇ, ਠੀਕ ਹੈ, ਇਹ ਜਿਹੜੇ ਹੈਗੇ ਨੇ ਇਹਨਾਂ ਨੂੰ ਕਦੇ ਇਹ ਅੰਡਰਸਟੂਡ ਹੈਗਾ ਵੀ ਇਹ ਇਹਨਾਂ ਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ, ਤੇ ਕੋਰਟ ਨੂੰ ਆਪਦੇ ਆਪ ਹੀ ਕੋਰਟ ਪ੍ਰਜ਼ੂਮ ਕਰਦੀ ਹੈ ਵੀ ਦਿਸ ਇਜ਼ ਰੈਲੀਵੈਂਟ ਫੈਕਟ। ਜਿੱਥੇ ਫੈਕਟ ਐਡਮਿਟ ਕਰ ਲਿਆ ਕਿਸੇ ਪਾਰਟੀ ਨੇ ਤਾਂ ਉਹਨੂੰ ਵੀ ਪ੍ਰੂਵ ਕਰਨ ਦੀ ਲੋੜ ਨਹੀਂ, ਜਦੋਂ ਪਾਰਟੀ ਨੇ ਐਡਮਿਟ ਹੀ ਕਰ ਲਿਆ ਵੀ ਹਾਂ ਠੀਕ ਹੈ ਇਹ ਜਿਹੜੀ ਪਾਰਟੀ ਦੇ ਅਗੇਂਸਟ ਜਾ ਰਿਹਾ ਹੋਵੇ, ਉਹ ਪਾਰਟੀ ਐਡਮਿਟ ਕਰਦੀ ਹੋਵੇ, then also need not to be proved। oral evidence, proof of facts by oral evidence, all the facts except the contents of the document may be proved by oral evidence। oral ਜਵਾਨੀ ਗਵਾਹੀ ਦੇ ਨਾਲ ਵੀ ਜਦੋਂ ਅਸੀਂ ਵਿਟਨਸ ਬੁਲਾ ਕੇ ਜਵਾਨੀ ਗਵਾਹੀ ਕਰਵਾਉਂਦੇ ਹੈਗੇ ਆ, ਦੇਖੋ ਦੋ ਤਰ੍ਹਾਂ ਦੀ ਐਵੀਡੈਂਸ ਹੋਗੀ, ਡਾਕੂਮੈਂਟਰੀ ਐਵੀਡੈਂਸ ਹੋਗੀ ਕਿ oral ਐਵੀਡੈਂਸ ਹੋਗੀ।
ਕੋਈ ਵਿਅਕਤੀ ਕਹਿੰਦਾ ਵੀ ਹਾਂ ਮੈਂ ਦੇਖਿਆ ਸੀ ਜਦੋਂ ਤੁਸੀਂ ਨੇ ਉਹਦੇ ਸੱਟ ਮਾਰੀ ਜਾਂ ਉਹਦਾ ਮਰਡਰ ਕੀਤਾ ਸੀ, ਮੈਂ ਉੱਥੇ ਖੜਾ ਸੀਗਾ, ਦਿਸ ਇਜ਼ ਓਰਲ ਐਵੀਡੈਂਸ। ਠੀਕ ਹੈ, ਜਦੋਂ ਕੋਈ ਡਾਕੂਮੈਂਟਰੀ ਪ੍ਰੂਫ ਅਸੀਂ ਦਿੰਦੇ ਆ ਤਾਂ ਉਹ ਹੁੰਦੀ ਹੈ ਡਾਕੂਮੈਂਟਰੀ ਐਵੀਡੈਂਸ। ਆਲ ਦਾ ਫੈਕਟਸ ਐਕਸੈਪਟ ਦਾ ਕੰਟੈਂਟਸ ਆਫ ਦਾ ਡਾਕੂਮੈਂਟ, ਕੰਟੈਂਟਸ ਨੂੰ ਛੱਡ ਕੇ ਜਿਹੜੀ ਐਵੀਡੈਂਸ ਦਿੱਤੀ ਜਾਂਦੀ ਹੈ ਉਹਨੂੰ ਅਸੀਂ ਓਰਲ ਐਵੀਡੈਂਸ ਕਹਿੰਦੇ ਆ। ਓਰਲ ਐਵੀਡੈਂਸ ਮਸਟ ਬੀ ਡਾਇਰੈਕਟ। ਓਰਲ ਐਵੀਡੈਂਸ ਜਿਹੜੀ ਹੁੰਦੀ ਹੈ ਉਹ ਡਾਇਰੈਕਟਲੀ ਤੌਰ ਤੇ ਕੋਰਟ ਦੇ ਵਿੱਚ ਆ ਕੇ ਜਿਹੜਾ ਪਾਰਟੀ ਹੈਗੀ ਹੈ, ਕੋਈ ਜਿਹੜਾ ਵਿਟਨੈਸ ਹੈਗਾ ਉਹ ਗਵਾਹੀ ਦਿੰਦਾ ਹੈਗਾ। ਫਿਰ ਉਸ ਤੋਂ ਵਿੱਚ ਕੀ ਹੁੰਦਾ, ਪਹਿਲਾਂ ਐਗਜ਼ਾਮੀਨੇਸ਼ਨ ਚੀਫ ਹੁੰਦੀ ਹੈ, ਐਗਜ਼ਾਮੀਨੇਸ਼ਨ, ਫਿਰ ਕ੍ਰੋਸ ਐਗਜ਼ਾਮੀਨੇਸ਼ਨ ਹੁੰਦੀ ਹੈ ਔਰ ਜਿਹੜਾ ਹੈਗਾ ਐਵੀਡੈਂਸ ਦੇ ਵਿੱਚ, ਫਿਰ ਰੀ ਐਗਜ਼ਾਮੀਨੇਸ਼ਨ ਹੁੰਦੀ ਹੈ। ਇਹ ਆਪਾਂ ਰੋਜ਼ ਦੇਖਦੇ ਹਾਂ, ਰੋਜ਼ ਸਟੇਟਮੈਂਟਾਂ ਹੁੰਦੀਆਂ ਨੇ, ਉਹਨੂੰ ਓਰਲ ਐਵੀਡੈਂਸ ਕਿਹਾ ਜਾਂਦਾ ਜਦੋਂ ਕੋਈ ਵਿਅਕਤੀ ਜਾ ਕੇ ਕੋਰਟ ਦੇ ਵਿੱਚ ਗਵਾਹੀ ਦਿੰਦਾ ਹੈਗਾ ਬਿਨਾਂ ਡਾਕੂਮੈਂਟ ਤੋਂ। ਜ਼ਬਾਨੀ ਜਾ ਕੇ ਕਿਸੇ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ ਗਵਾਹਾਂ ਨੂੰ। ਫਿਰ ਆ ਗਿਆ ਡਾਕੂਮੈਂਟਰੀ ਐਵੀਡੈਂਸ। ਡਾਕੂਮੈਂਟਰੀ ਐਵੀਡੈਂਸ ਜਦੋਂ ਅਸੀਂ ਕੋਈ ਡਾਕੂਮੈਂਟ ਪੇਸ਼ ਕਰਕੇ ਕੋਈ ਕਿਸੇ ਗੱਲ ਨੂੰ ਸਾਬਤ ਕਰਨਾ ਚਾਹੁੰਦੇ ਹਾਂ, ਠੀਕ ਹੈ, ਇਹ ਵੀ ਦੋ ਤਰੀਕੇ ਦੀ ਹੋ ਸਕਦੀ ਹੈ। ਪ੍ਰਾਇਮਰੀ ਐਵੀਡੈਂਸ ਵੀ ਹੋ ਸਕਦੀ ਹੈ, ਸੈਕੰਡਰੀ ਐਵੀਡੈਂਸ ਵੀ ਹੋ ਸਕਦੀ ਹੈ। ਜਦੋਂ ਕੋਈ ਅਸੀਂ ਜਿਵੇਂ ਕੋਈ ਬਿੱਲ ਹੈ ਸਾਡੇ ਕੋਲੇ, ਅਸੀਂ ਬਿੱਲ ਕੋਰਟ ਦੇ ਵਿੱਚ ਪੇਸ਼ ਕਰਕੇ ਕੋਈ ਗੱਲ ਸਾਬਤ ਕਰਨਾ ਚਾਹੁੰਦੇ ਹਾਂ ਵੀ ਇਹ ਪ੍ਰਾਪਰਟੀ ਦਾ ਮਾਲਕ ਫਲਾਣਾ ਬਣੇਗਾ, ਆਹ ਬਿੱਲ ਹੋਈ ਵੀ ਹੈਗੀ ਹੈ, ਠੀਕ ਹੈ, ਇਹ ਪ੍ਰਾਇਮਰੀ ਐਵੀਡੈਂਸ ਹੈ। ਜਦੋਂ ਅਸੀਂ ਓਰੀਜਨਲ ਜਿਹੜੀ ਬਿੱਲ ਹੈਗੀ ਪੇਸ਼ ਕਰਦੇ ਹਾਂ, ਓਰੀਜਨਲ ਡਾਕੂਮੈਂਟ ਹੈ, ਚਾਹੇ ਉਹ ਬਿੱਲ ਹੈ, ਚਾਹੇ ਕੋਈ ਐਗਰੀਮੈਂਟ ਹੈ, ਚਾਹੇ ਕੋਈ ਹੋਰ ਡਾਕੂਮੈਂਟ ਹੈਗਾ ਪਾਰਟੀਆਂ ਵਿਚਕਾਰ ਕੋਈ ਹੋਇਆ ਹੋਇਆ ਹੈਗਾ, ਤਾਂ ਉਸ ਨੂੰ ਅਸੀਂ ਜਦੋਂ ਓਰੀਜਨਲ ਪੇਸ਼ ਕਰਦੇ ਹਾਂ ਤਾਂ ਉਹ ਪ੍ਰਾਇਮਰੀ ਡਾਕੂਮੈਂਟ ਹੁੰਦੀ ਹੈ, ਪ੍ਰਾਇਮਰੀ ਐਵੀਡੈਂਸ ਹੁੰਦੀ ਹੈ। ਪਰ ਜਿੱਥੇ ਕਿਤੇ ਜਿਹੜੀ ਪ੍ਰਾਇਮਰੀ ਐਵੀਡੈਂਸ ਹੈ, ਜਾਣੀ ਕਿ ਅਸਲ ਡਾਕੂਮੈਂਟ ਹੈ, ਕਿਸੇ ਹੋਰ ਪਾਰਟੀ ਦੇ ਹੱਥ ਵਿੱਚ ਹੋਵੇ ਜਾਂ ਕਿਸੇ ਨੂੰ ਨਾ ਮਿਲਿਆ ਹੋਵੇ ਜਾਂ ਕਿਸੇ ਨੇ ਲੁਕੋ ਰੱਖਿਆ ਹੋਵੇ, ਠੀਕ ਹੈ, ਤਾਂ ਉਹਦੀ ਜਿਹੜੀ ਅਟੈਸਟਡ ਕਾਪੀ ਹੁੰਦੀ ਹੈ ਤਾਂ ਉਹ ਸੈਕੰਡਰੀ ਐਵੀਡੈਂਸ ਵਜੋਂ, ਉਹਦੀ ਕੋਈ ਫੋਟੋ ਕਾਪੀ ਹੈਗੀ ਹੈ, ਹੋਰ ਹੈਗੀ ਹੈ, ਤਾਂ ਉਸ ਨੂੰ ਅਸੀਂ ਸੈਕੰਡਰੀ ਐਵੀਡੈਂਸ ਵਜੋਂ ਮੰਨ ਲੈਂਦੇ ਹਾਂ, ਮਤਲਬ ਕਿ ਪੇਸ਼ ਕੀਤਾ ਜਾ ਸਕਦਾ ਹੈਗਾ ਜਦੋਂ ਪ੍ਰਾਇਮਰੀ ਐਵੀਡੈਂਸ ਅਸਲ ਡਾਕੂਮੈਂਟ ਸਾਡੇ ਕਬਜ਼ੇ ਵਿੱਚ ਨਾ ਹੋਵੇ। ਜਿਹੜੀ ਪਾਰਟੀ ਮਤਲਬ ਕਿ ਸਾਬਤ ਕਰਨਾ ਚਾਹੁੰਦੀ ਹੈ ਉਹ ਆਪਦੀ ਸਟੇਟਮੈਂਟ ਦੇ ਸਕਦੀ ਹੈ, ਆਪਦੀ ਇਹ ਪ੍ਰਾਇਮਰੀ ਸੈਕੰਡਰੀ ਐਵੀਡੈਂਸ ਦਿੰਦੇ ਹੋਏ ਕਹਿ ਸਕਦੀ ਵੀ ਜਿਹੜਾ ਅਸਲ ਜਿਹੜਾ ਡਾਕੂਮੈਂਟ ਹੈਗਾ ਉਹ ਫਲਾਣੇ ਦੇ ਕਬਜ਼ੇ ਵਿੱਚ ਹੈਗਾ ਜਾਂ ਮੇਰੀ ਪਹੁੰਚ ਤੋਂ ਬਹੁਤ ਦੂਰ ਹੈਗਾ, ਮੈਂ ਲੋੜ ਦੇ ਬਾਅਦ ਦੇ ਵਿੱਚ ਸੈਕੰਡ ਟਾਈਮ ਮੈਂ ਇਹ ਪੇਸ਼ ਕਰ ਦੇਵਾਂਗਾ, ਇਸ ਵੇਲੇ ਮੇਰੀ ਪਹੁੰਚ ਤੋਂ ਬਾਹਰ ਹੈ ਜਾਂ ਦੂਜੀ ਪਾਰਟੀ ਆਪੋਜ਼ਿਟ ਪਾਰਟੀ ਦੇ ਕਬਜ਼ੇ ਵਿੱਚ ਹੈਗਾ ਜਾਂ ਕਿਸੇ ਨੌਕਰ ਕੋਲੇ ਜਾਂ ਕਿਸੇ ਲੋਕਰ ਦੇ ਵਿੱਚ ਹੈਗਾ, ਠੀਕ ਹੈ। ਇੱਦਾਂ ਦੀ ਜਿਹੜੀ ਐਵੀਡੈਂਸ ਦੇਣ ਤੋਂ ਪਹਿਲਾਂ ਸੈਕੰਡਰੀ ਐਵੀਡੈਂਸ ਦੇਣ ਵੇਲੇ ਇੱਦਾਂ ਦੀ ਸਟੇਟਮੈਂਟ ਦਿੱਤੀ ਜਾ ਸਕਦੀ ਹੈਗੀ। 63 ਚ ਕੀ ਕਹੇਗਾ ਸੈਕੰਡਰੀ ਐਵੀਡੈਂਸ ਬਾਰੇ ਦੱਸਿਆ ਗਿਆ ਫਿਰ ਦੁਬਾਰਾ। ਸੈਕੰਡਰੀ ਐਵੀਡੈਂਸ ਮੀਨਸ ਐਂਡ ਇਨਕਲੂਡਸ ਸਰਟੀਫਾਈਡ ਕਾਪੀਜ਼ ਗਿਵਨ ਅੰਡਰ ਦਾ provisions herein after contained copies made from the original by the mechanical process, ਹੋਈ ਫੋਟੋ ਕਾਪੀ ਵਗੈਰਾ ਹੋਗੀ, copies made from a compared with the original, ਜਿਵੇਂ ਅਸੀਂ ਕੋਈ ਕੰਪੇਅਰ ਕਰਕੇ ਕਾਪੀ ਬਣਾਈ ਗਈ ਹੋਵੇ, ਕਾਊਂਟਰ ਪਾਰਟਸ ਆਫ ਦਾ ਡਾਕੂਮੈਂਟ, ਦੂਜਾ ਪਾਰਟ ਕਾਊਂਟਰ ਪਾਰਟ ਹੋਵੇ, ਠੀਕ ਹੈ, ਇਹ ਸਾਰੀਆਂ ਸੈਕੰਡਰੀ ਐਵੀਡੈਂਸ ਮੰਨਦੇ ਨੇ ਜਦੋਂ original ਡਾਕੂਮੈਂਟ ਨਾ ਹੋਵੇ ਕਬਜ਼ੇ ਦੇ ਵਿੱਚ। ਪ੍ਰੂਫ ਆਫ ਡਾਕੂਮੈਂਟਸ ਬਾਈ ਦਾ ਪ੍ਰਾਇਮਰੀ ਐਵੀਡੈਂਸ। ਜਦੋਂ ਕਿਸੇ ਡਾਕੂਮੈਂਟ ਨੂੰ ਪ੍ਰੂਵ ਕਰਨਾ ਹੋਵੇ ਪ੍ਰਾਇਮਰੀ ਐਵੀਡੈਂਸ ਦੇ ਰਾਹੀਂ, ਡਾਕੂਮੈਂਟਸ ਮਸਟ ਬੀ ਪ੍ਰੂਵਡ ਬਾਈ ਦਾ ਪ੍ਰਾਇਮਰੀ ਐਵੀਡੈਂਸ ਐਕਸੈਪਟ ਇਨ ਕੇਸਸ ਹੇਅਰ ਆਫਟਰ ਮੈਂਸ਼ਨ। ਥੱਲੇ ਕੁਝ ਕੇਸ ਦੱਸੇ ਹੋਏ ਹੈਗੇ ਜਿਨ੍ਹਾਂ ਵਿੱਚ ਅਸੀਂ ਪ੍ਰਾਇਮਰੀ ਐਵੀਡੈਂਸ ਦੇ ਨਾਲ ਕੇਸਸ ਇਨ ਵਿਚ ਸੈਕੰਡਰੀ ਐਵੀਡੈਂਸ ਰਿਲੇਟਿੰਗ ਟੂ ਦਾ ਡਾਕੂਮੈਂਟ ਮੇ ਬੀ ਗਿਵਨ, ਕਿੱਥੇ ਕਿੱਥੇ ਸੈਕੰਡਰੀ ਐਵੀਡੈਂਸ ਦਿੱਤੀ ਜਾ ਸਕਦੀ ਹੈ। ਉਹੀ ਆ ਗਿਆ ਪੁਆਇੰਟ ਇਹਦੇ ਵਿੱਚ ਕਿਹਾ, when the original is shown as appears to be in the possession or power of the person against whom the document is sought to be proved। ਜਦੋਂ ਕਿਸੇ ਵਿਅਕਤੀ ਦੇ ਖਿਲਾਫ ਇਹ ਡਾਕੂਮੈਂਟ ਪੇਸ਼ ਕੀਤਾ ਜਾ ਰਿਹਾ ਹੈ, ਅਸਲ ਡਾਕੂਮੈਂਟ ਉਹਦੇ ਕਬਜ਼ੇ ਵਿੱਚ ਹੋਵੇ, ਫਿਰ ਉਹਦਾ ਕਿਉਂ ਕਹੇਗਾ ਕੋਰਟ ਦੇ ਵਿੱਚ, ਉਹ ਕੋਰਟ 'ਚ ਪੇਸ਼ ਨਹੀਂ ਕਰੇਗਾ, ਜੇ ਉਹ ਪੇਸ਼ ਕਰੇਗਾ ਤਾਂ ਉਹਦੇ ਖਿਲਾਫ ਜਾਏਗਾ। ਇਸ ਕਰਕੇ ਉਹ ਪਾਰਟੀ ਜਿਸ ਪਾਰਟੀ ਕੋਲ ਸੈਕੰਡਰੀ ਐਵੀਡੈਂਸ ਹੈਗੀ ਹੈ, ਠੀਕ ਹੈ, ਉਹ ਪੇਸ਼ ਕਰ ਸਕਦੀ ਹੈ ਤੇ ਨਾਲ ਹੀ ਦੱਸ ਸਕਦੀ ਹੈ ਕਿ ਅਸਲ ਕਾਪੀ ਦੂਜੀ ਪਾਰਟੀ ਦੇ ਕੋਲੇ ਹੈ। ਜਾਂ ਫਿਰ ਆਊਟ ਆਫ ਰੀਚ ਹੋਵੇ, ਐਨੀ ਪਰਸਨ ਆਊਟ ਆਫ ਰੀਚ, ਉਹਦੇ ਮਤਲਬ ਕਿ ਕਿਤੇ ਦੂਰ ਪਿਆ ਹੋਵੇ ਡਾਕੂਮੈਂਟ, ਡਿਸਟਰੋਏ ਹੋ ਚੁੱਕਿਆ ਹੋਵੇ, ਖਰਾਬ ਹੋ ਗਿਆ ਹੋਵੇ, ਠੀਕ ਹੈ ਜੀ। when the original is of such a nature as not to be easily moved, ਇੱਦਾਂ ਦੀ ਨੇਚਰ ਨੂੰ ਲੈ ਕੇ ਆਉਣਾ ਔਖਾ ਹੋਵੇ। when the original is a public document, ਅਸਲ ਡਾਕੂਮੈਂਟ ਪਬਲਿਕ ਡਾਕੂਮੈਂਟ ਹੋਵੇ। ਪਬਲਿਕ ਡਾਕੂਮੈਂਟ ਮਤਲਬ ਜਿਹਦੀ ਅਸੀਂ ਅਸਲ ਡਾਕੂਮੈਂਟ ਸਰਕਾਰ ਦੇ ਕਿਸੇ ਅਧਿਕਾਰੀ ਦੇ ਜਾਂ ਕਿਸੇ ਕਰਮਚਾਰੀ ਦੇ ਕਬਜ਼ੇ ਵਿੱਚ ਹੋਵੇ, ਅਸੀਂ ਉਹਦੀ ਜਿਹੜੀ ਕਾਪੀ ਹੈ ਟੈਸਟ ਕਾਪੀ ਲੈ ਕੇ, ਸਰਟੀਫਾਈਡ ਕਾਪੀ ਲੈ ਕੇ ਪੇਸ਼ ਕਰ ਸਕਦੇ ਹਾਂ। ਦੈਟ ਇਜ਼ ਸੈਕੰਡਰੀ ਜਿਹੜੀ ਐਵੀਡੈਂਸ ਹੁੰਦੀ ਹੈ ਉਹ ਸੈਕੰਡਰੀ। ਜੇ ਕੋਰਟ ਨੂੰ ਜ਼ਰੂਰਤ ਹੈ ਤਾਂ ਫਿਰ ਉਹ ਕੋਰਟ ਮਤਲਬ ਕਿ ਸਮਨ ਭੇਜ ਕੇ ਜਿਹੜੀ ਹੈਗੀ ਹੈ ਪ੍ਰਾਇਮਰੀ ਐਵੀਡੈਂਸ ਵੀ ਮੰਗਾ ਕੇ ਦੇ ਸਕਦੀ ਹੈਗੀ ਹੈ। ਜਿਵੇਂ ਰਜਿਸਟਰੀਆਂ ਵਗੈਰਾ ਹੁੰਦੀਆਂ ਸਾਡੇ ਕਸਟਡੀ ਵਿੱਚ ਹੁੰਦੀਆਂ ਨੇ, ਸਾਡੇ ਰਿਕਾਰਡ ਰੂਮ 'ਚ ਡਾਕੂਮੈਂਟ ਹੁੰਦੇ ਨੇ, ਠੀਕ ਹੈ ਜੀ। ਜਾਂ ਸਾਡੇ ਤੋਂ ਪਬਲਿਕ ਜਿਹੜੀ ਹੈਗੀ ਹੈ ਅਸੀਂ ਟੈਸਟ ਕਾਪੀਆਂ ਕਰਕੇ ਜਮ੍ਹਾਂ ਹੁੰਦੀਆਂ ਦੇ ਦਿੰਦੇ ਹਾਂ, ਜਮ੍ਹਾਂ ਹੁੰਦੀ ਦੀਆਂ ਗਰਦਾਵਰੀ ਸਾਡੇ ਰਿਕਾਰਡ ਦੀਆਂ, ਠੀਕ ਹੈ। ਪ੍ਰਾਇਮਰੀ ਜਿਹੜਾ ਡਾਕੂਮੈਂਟ ਉਹ ਸਾਡੇ ਕੋਲੇ ਹੈਗਾ
ਤੇ ਸਰਟੀਫਾਈਡ ਕਾਪੀ ਜਿਹੜੀ ਹੈ ਵਿਅਕਤੀ ਲੈ ਜਾਂਦੇ ਨੇ, ਉਸ ਕੰਨ ਦੀ ਐਵੀਡੈਂਸ ਮੰਨੀ ਜਾਂਦੀ ਹੈ। Rules as to the notice to produce. Notice to the other party in whose possession original document, ਉਹਨੂੰ ਨੋਟਿਸ ਵੀ ਦਿੱਤਾ ਜਾ ਸਕਦਾ ਵੀ ਅਸਲ ਡਾਕੂਮੈਂਟ ਤੁਹਾਡੇ ਕਬਜ਼ੇ ਵਿੱਚ ਹੈਗਾ, ਤੁਸੀਂ ਪੇਸ਼ ਕਰੋ। Proof of signature and handwriting of the person alleged to have signed or written document produced. ਕੋਈ ਡਾਕੂਮੈਂਟ ਹੈਗਾ, ਉਹਦੀ ਹੈਂਡਰਾਈਟਿੰਗ ਕਿਹਦੀ ਹੈ, ਸਿਗਨੇਚਰ ਕਿਹਦੇ ਕੀਤੇ ਹੋਏ ਹੈਗੇ ਆ, person alleged to have signed or written document produced. If a document is alleged to be signed or to have been written wholly or in part of any person, the signature or handwriting of so much of the document as is alleged to be in that person's handwriting must be proved to be in his handwriting. ਕੋਈ ਵਿਅਕਤੀ ਕੋਈ ਡਾਕੂਮੈਂਟ ਪੇਸ਼ ਕੀਤਾ ਜਾ ਰਿਹਾ ਹੈ, ਜਦੋਂ ਸਾਬਤ ਕੀਤਾ ਜਾ ਰਿਹਾ ਵੀ ਇਹ ਹੈਂਡਰਾਈਟਿੰਗ ਇਹਦੀ ਹੈਗੀ ਹੈ, ਤਾਂ ਕਿਸੇ ਹੋਰ ਡਾਕੂਮੈਂਟ ਨੂੰ ਪੇਸ਼ ਕਰਕੇ ਜਿਹੜੀ ਹੈਂਡਰਾਈਟਿੰਗ ਹੈ ਉਹ ਜਿਹੜੀ ਹੈਗੀ ਆ ਪ੍ਰੂਵ ਕੀਤੀ ਜਾਂਦੀ ਹੈ। ਕੋਈ ਡਾਕੂਮੈਂਟ ਹੁੰਦੇ ਆ, ਕੋਈ ਡਾਕੂਮੈਂਟ ਬਣਾਇਆ ਜਾਂਦਾ ਹੈ, ਕੋਈ ਵਿਲ ਬਣਾਈ ਜਾਂਦੀ ਹੈ, ਪ੍ਰੂਫ ਆਫ ਐਗਜ਼ੀਕਿਊਸ਼ਨ ਆਫ ਦ ਡਾਕੂਮੈਂਟ ਰਿਕੁਆਇਰਡ ਬਾਈ ਲਾਅ ਟੂ ਬੀ ਅਟੈਸਟਡ। ਜਦੋਂ ਪ੍ਰੋਵੀਜ਼ਨ ਇਹ ਹੋਵੇ ਵੀ ਜਿਹੜਾ ਡਾਕੂਮੈਂਟ ਹੈ ਜੇ ਕੋਈ ਬਿੱਲ ਬਣਾਉਂਦਾ ਹੈ ਤਾਂ ਬਿੱਲ ਨੂੰ ਅਟੈਸਟ ਵੀ ਦੋ ਬੰਦੇ ਕਰਦੇ ਹੈਗੇ, ਠੀਕ ਹੈ, ਜਿਹੜੇ ਦੋ ਗਵਾਹ ਹੈਗੇ ਆ, ਠੀਕ ਹੈ, ਉਹ ਟੈਸਟ ਕਰਦੇ ਆ। ਕਈ ਡਾਕੂਮੈਂਟ ਇਦਾਂ ਦੇ ਹੁੰਦੇ ਜਿੱਥੇ ਟੈਸਟ ਕਰਨ ਦੀ ਲੋੜ ਨਹੀਂ ਹੁੰਦੀ, ਪਰ ਇੱਥੇ 68 ਦੇ ਵਿੱਚ ਕਿਹਾ ਗਿਆ ਵੀ ਉਹ ਕੋਈ ਡਾਕੂਮੈਂਟ ਇਦਾਂ ਦਾ ਜਿੱਥੇ ਟੈਸਟ ਕਰਨ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹਨੂੰ ਪ੍ਰੂਵ ਕਿਵੇਂ ਕੀਤਾ ਜਾਂਦਾ ਹੈ, ਪ੍ਰੂਫ ਆਫ ਐਗਜ਼ੀਕਿਊਸ਼ਨ ਆਫ ਦ ਡਾਕੂਮੈਂਟ, ਵੀ ਇਹ ਵਿਅਕਤੀ ਨੇ ਜਿਹੜਾ ਡਾਕੂਮੈਂਟ ਹੈ ਉਹਨੇ ਐਗਜ਼ੀਕਿਊਟ ਕੀਤਾ ਜਾਂ ਨਹੀਂ ਕੀਤਾ। ਇਹ ਫਿਰ ਕੀ ਹੈ, ਉਹ ਜਿਹੜੇ ਗਵਾਹ ਹੈਗੇ ਨੇ, ਗਵਾਹ ਨੂੰ ਮਤਲਬ ਕਿ ਪੇਸ਼ ਕਰਕੇ ਹੀ ਡਾਕੂਮੈਂਟ ਨੂੰ ਪ੍ਰੂਵ ਕੀਤਾ ਜਾ ਸਕਦਾ ਹੈ। 69 ਚ ਆ ਗਿਆ ਪ੍ਰੂਫ ਵੇਅਰ ਨੋ ਟੈਸਟਿੰਗ ਵਿਟਨੈਸ ਫਾਊਂਡ, ਜਿੱਥੇ ਟੈਸਟਿੰਗ ਵਿਟਨੈਸ ਕੋਈ ਫਾਊਂਡ ਨਹੀਂ ਹੁੰਦੇ ਹੈਗੇ, ਮਿਲਦੇ ਨਹੀਂ ਹੈਗੇ। ਬਿੱਲ ਕੀਤੀ ਸੀਗੀ, ਬਿੱਲ ਦੇ ਉੱਪਰ ਦੋ ਗਵਾਹ ਵੀ ਪਾਏ ਹੋਏ ਸੀਗੇ, ਠੀਕ ਹੈ, ਤਾਂ ਫਿਰ ਉਹ ਗਵਾਹ ਵੀ ਨਹੀਂ ਹੁਣ ਹੈਗੇ ਤੇ ਡਾਕੂਮੈਂਟ ਪ੍ਰੂਵ ਵੀ ਕਰਨਾ ਹੈ ਤਾਂ ਕਿਵੇਂ ਹੋਏਗਾ। ਟੈਸਟਿੰਗ ਆਫ ਵਨ ਟੈਸਟਿੰਗ ਵਿਟਨੈਸ ਐਟ ਲੀਸਟ ਇਜ਼ ਇਨ ਹਿਜ਼ ਹੈਂਡਰਾਈਟਿੰਗ, ਜੇ ਇੱਕ ਗਵਾਹ ਵੀ ਹਾਜ਼ਰ ਮਿਲ ਜਾਵੇ ਤਦ ਵੀ ਡਾਕੂਮੈਂਟ ਨੂੰ ਪ੍ਰੂਵ ਕੀਤਾ ਜਾ ਸਕਦਾ ਹੈ। ਐਂਡ ਦੈਟ ਦ ਸਿਗਨੇਚਰ ਆਫ ਦ ਪਰਸਨ ਐਗਜ਼ੀਕਿਊਟਿੰਗ ਦ ਡਾਕੂਮੈਂਟ, ਪਰ ਜੇਕਰ ਕੋਈ ਵੀ ਗਵਾਹ ਨਹੀਂ ਮਿਲਦਾ ਹੈਗਾ ਤਾਂ ਜਿਹੜੇ ਉਹ ਸਿਗਨੇਚਰ ਹੈਗੇ ਆ ਕਿਸੇ ਹੋਰ ਡਾਕੂਮੈਂਟ ਦੇ ਨਾਲ ਕੰਪੇਅਰ ਕਰਕੇ ਜਿਹੜਾ ਐਕਸਪਰਟ ਹੈਗਾ, ਠੀਕ ਹੈ, ਉਹਦੀ ਓਪੀਨੀਅਨ ਲੈ ਕੇ ਹੀ ਉਸ ਡਾਕੂਮੈਂਟ ਨੂੰ ਪ੍ਰੂਵ ਕੀਤਾ ਜਾ ਸਕਦਾ ਹੈ। ਤੇ ਨਾ ਤਾਂ ਜਿਹਨੇ ਐਗਜ਼ੀਕਿਊਸ਼ਨ ਕੀਤੀ ਸੀ ਉਹ ਵੀ ਨਹੀਂ ਹੈਗਾ, ਜਿਨ੍ਹਾਂ ਨੇ ਟੈਸਟ ਕੀਤਾ ਸੀ ਉਹ ਵੀ ਨਹੀਂ ਹੈਗੇ, ਠੀਕ ਹੈ, ਫਿਰ ਡਾਕੂਮੈਂਟ ਨੂੰ ਕਿਸੇ ਥਰਡ ਪਰਸਨ ਦੀ ਓਪੀਨੀਅਨ ਲੈ ਕੇ ਉਹਦਾ ਕੋਈ ਪੈਰਲਲ ਡਾਕੂਮੈਂਟ ਉਹਦੇ ਵੱਲੋਂ ਐਗਜ਼ੀਕਿਊਟ ਕੀਤਾ ਗਿਆ, ਕੋਈ ਹੋਰ ਡਾਕੂਮੈਂਟ ਹੋਵੇ ਜਾਂ ਉਹਦੇ ਕਿਤੇ ਬੈਂਕ ਸਾਈਨ ਹੋਏ ਹੋਣ, ਕਿਤੇ ਵੀ ਹੋਏ ਹੋਣ, ਠੀਕ ਹੈ, ਉਹਨਾਂ ਦੇ ਨਾਲ ਕੰਪੇਅਰ ਕਰਕੇ ਉਸ ਡਾਕੂਮੈਂਟ ਨੂੰ ਪ੍ਰੂਵ ਕੀਤਾ ਜਾ ਸਕਦਾ ਹੈ। ਐਡਮਿਸ਼ਨ ਆਫ ਐਗਜ਼ੀਕਿਊਸ਼ਨ ਬਾਈ ਦਾ ਪਾਰਟੀ ਟੂ ਅਟੈਸਟ ਦ ਡਾਕੂਮੈਂਟ, ਜੋ ਕੋਈ ਪਾਰਟੀ ਆਪੇ ਐਡਮਿਸ਼ਨ ਕਰ ਲੈਂਦੀ ਵੀ ਹਾਂ ਡਾਕੂਮੈਂਟ ਮੈਨੇ ਬਣਾਇਆ ਸੀਗਾ, ਠੀਕ ਹੈ, ਤਾਂ ਨੀਡ ਨਾਟ ਟੂ ਬੀ ਪ੍ਰੂਵ, ਫਿਰ ਪ੍ਰੂਵ ਕਰਨ ਦੀ ਲੋੜ ਨਹੀਂ ਪੈਂਦੀ। ਜੇ ਉਹਦੇ ਖਿਲਾਫ ਹੀ ਜਾਂਦਾ ਹੋਵੇ, ਉਹ ਆਪ ਹੀ ਐਡਮਿਟ ਕਰਦੀ ਹੋਵੇ ਪਾਰਟੀ, ਤਾਂ ਦੈਨ ਦੇयर ਇਜ਼ ਨੋ ਨੀਡ ਟੂ ਪ੍ਰੂਵ ਦ ਡਾਕੂਮੈਂਟ। ਪ੍ਰੂਵ ਵੈਨ ਅਟੈਸਟਿੰਗ ਵਿਟਨੈਸ ਡਿਨਾਈਜ਼ ਦ ਐਗਜ਼ੀਕਿਊਸ਼ਨ, ਹਾਂ ਦੇਖੋ ਜਿੱਥੇ ਕਿਤੇ ਕੋਈ ਅਟੈਸਟਿੰਗ ਵਿਟਨੈਸ ਹੈਗਾ ਉਹਨੇ ਡਿਨਾਈ ਕਰਤਾ ਵੀ ਨਹੀਂ ਇਹ ਤਾਂ ਮੇਰੇ ਸਾਈਨ ਨਹੀਂ ਜਾਂ ਇਹ ਨਹੀਂ ਹੈ, ਗਲਤ ਹੈਗਾ ਡਾਕੂਮੈਂਟ। ਇਫ ਦ ਅਟੈਸਟਿੰਗ ਵਿਟਨੈਸ ਡਿਨਾਈਜ਼ ਔਰ ਡਜ਼ ਨਾਟ ਰੀਕੋਲੈਕਟ ਦਾ ਐਗਜ਼ੀਕਿਊਸ਼ਨ, ਜਾਂ ਉਹਨੂੰ ਯਾਦ ਭੁੱਲ ਗਈ ਵੀ ਮੈਨੂੰ ਪਤਾ ਨਹੀਂ ਹੈਗਾ ਇਹ ਕਦੋਂ ਡਾਕੂਮੈਂਟ ਬਣਾਇਆ ਗਿਆ ਸੀ, ਕਿਹਨੇ ਬਣਾਇਆ ਸੀ, ਕਿਹਦੇ ਸਾਈਨ ਹੋਏ ਸੀਗੇ ਉਹਦਾ ਡਾਕੂਮੈਂਟ, ਇਟਸ ਐਗਜ਼ੀਕਿਊਸ਼ਨ ਮੇ ਬੀ ਪ੍ਰੂਵਡ ਬਾਈ ਅਦਰ ਐਵੀਡੈਂਸ, ਫਿਰ ਉਹਦੀ ਜਿਹੜੀ ਹੈਗੀ ਹੈ ਉਹਦੀ ਜਿਹੜੀ ਗਵਾਹੀ ਹੈਗੀ ਹੈ ਉਹ ਕਿਸੇ ਹੋਰ ਗਵਾਹ ਨੂੰ ਲੈ ਕੇ ਫਿਰ ਉਹ ਪ੍ਰੂਵ ਕਰਨਾ ਪਏਗਾ ਡਾਕੂਮੈਂਟ, ਜੇ ਗਵਾਹੀ ਮੁੱਕਰ ਜਾਵੇ। ਪ੍ਰੂਫ ਆਫ ਡਾਕੂਮੈਂਟ ਨਾਟ ਰਿਕੁਆਇਰਡ ਬਾਈ ਲਾਅ ਟੂ ਬੀ ਟੈਸਟਡ, ਇਹ ਉਹਦੀ ਗੱਲ ਕੀਤੀ ਗਈ ਜਿੱਥੇ ਕੋਈ ਡਾਕੂਮੈਂਟ ਬਣਾਇਆ ਜਾਂਦਾ ਤਾਂ ਉੱਥੇ ਅਟੈਸਟ ਕਰਨ ਦੀ ਲੋੜ ਨਹੀਂ ਹੁੰਦੀ, ਤਾਂ ਉਹਨੂੰ ਪ੍ਰੂਵ ਕਿਵੇਂ ਕੀਤਾ ਜਾਂਦਾ ਹੈ। An attested document not required by law to be tested may be proved as if it was unattested, ਜਿਵੇਂ ਅਸੀਂ ਅਨਅਟੈਸਟਡ ਡਾਕੂਮੈਂਟ ਨੂੰ ਪ੍ਰੂਵ ਕਰਦੇ ਹਾਂ, ਠੀਕ ਹੈ, ਉਸੇ ਤਰੀਕੇ ਨਾਲ ਇਹਨੂੰ ਪ੍ਰੂਵ ਕੀਤਾ ਜਾਏਗਾ। ਕਹਿਣ ਦਾ ਮਤਲਬ ਇਹ ਹੈ ਵੀ ਕਿਸ ਬੰਦੇ ਨੇ ਇਹ ਐਗਜ਼ੀਕਿਊਟ ਕੀਤਾ ਸੀਗਾ, ਉਹਦੇ ਸਿਗਨੇਚਰ ਕਿਸੇ ਉਹਦੇ ਹੋਰ ਸਿਗਨੇਚਰਾਂ ਦੇ ਨਾਲ ਕੰਪੇਅਰ ਕਰਕੇ, ਠੀਕ ਹੈ, ਜਾਂ ਕੋਈ ਹੋਰ ਐਵੀਡੈਂਸ ਲੈ ਕੇ ਇਸ ਡਾਕੂਮੈਂਟ ਨੂੰ ਪ੍ਰੂਵ ਕੀਤਾ ਜਾ ਸਕਦਾ ਹੈ। ਕੰਪੈਰੀਜ਼ਨ ਆਫ ਸਿਗਨੇਚਰਸ ਰਾਈਟਿੰਗ ਔਰ ਸੀਲ with other admitted or proved document, ਕੋਈ ਹੋਰ ਡਾਕੂਮੈਂਟ ਹੈ ਜਿਹੜਾ ਆਲਰੇਡੀ ਐਡਮਿਟ ਹੋ ਚੁੱਕਿਆ ਹੋਵੇ, ਇਹ ਪਾਰਟੀ ਹੈ, ਇਹ ਪਾਰਟੀ ਨੇ ਕੋਈ ਡਾਕੂਮੈਂਟ ਪੇਸ਼ ਕੀਤਾ ਹੈਗਾ,
ਠੀਕ ਹੈ। A ਪਾਰਟੀ ਦੇ ਖਿਲਾਫ ਜਾ ਰਿਹਾ ਹੈ ਡਾਕੂਮੈਂਟ, A ਪਾਰਟੀ ਨੇ ਕਿਤੇ ਹੋਰ ਇਸ ਡਾਕੂਮੈਂਟ ਨੂੰ ਐਡਮਿਟ ਕੀਤਾ ਹੈ, ਠੀਕ ਹੈ। ਕੰਪੈਰੀਜ਼ਨ ਆਫ ਸਿਗਨੇਚਰ, ਜਾਂ ਉਹ ਕਿਸੇ ਹੋਰ ਡਾਕੂਮੈਂਟ ਨੂੰ ਜਿੱਥੇ ਉਸਨੇ ਐਡਮਿਟ ਕੀਤਾ ਉੱਥੇ ਉਹਦੇ ਸਿਗਨੇਚਰ ਜਿਹੜੇ ਉਹਨਾਂ ਸਿਗਨੇਚਰਾਂ ਦੇ ਨਾਲ ਸਿਗਨੇਚਰ ਇਸ ਡਾਕੂਮੈਂਟ ਦੇ ਮਿਲਾ ਕੇ ਇਸ ਡਾਕੂਮੈਂਟ ਨੂੰ ਪ੍ਰੂਵ ਕੀਤਾ ਜਾ ਸਕਦਾ ਹੈ। ਪਬਲਿਕ ਡਾਕੂਮੈਂਟ ਕਿਹਾ ਗਿਆ ਕਿ ਪਬਲਿਕ ਡਾਕੂਮੈਂਟ ਆਪਾਂ ਨੂੰ ਸਾਨੂੰ ਪਤਾ ਕੀ ਹੁੰਦੇ, ਪਬਲਿਕ ਡਾਕੂਮੈਂਟ ਉਹ ਡਾਕੂਮੈਂਟ ਹੁੰਦੇ ਆ ਜਦੋਂ ਕੋਈ ਅਸੀਂ ਕਿਸੇ ਡਾਕੂਮੈਂਟ ਦੀ ਕੋਈ ਜਿਹੜੀ ਹੈਗੀ ਹੈ ਸਰਕਾਰ ਦੀ ਕਸਟਡੀ ਵਿੱਚ ਹੋਵੇ ਤਾਂ ਉਹਦੀ ਕੋਈ ਅਟੈਸਟਡ ਕਾਪੀ ਦਿੱਤੀ ਜਾ ਸਕਦੀ ਹੋਵੇ, ਠੀਕ ਹੈ। ਇਹ ਸਾਰੇ ਹੀ ਪਬਲਿਕ ਡਾਕੂਮੈਂਟ ਹੁੰਦੇ, ਸਾਡੀਆਂ ਜਮ੍ਹਾਂਬੰਦੀਆਂ, ਗਿਰਦਾਵਰੀਆਂ ਤੇ ਸਾਡੇ ਇੰਤਕਾਲਾਂ ਦੇ ਰਜਿਸਟਰ ਵਗੈਰਾ ਵਗੈਰਾ, ਠੀਕ ਹੈ, ਜਿਹਦੀ ਅਟੈਸਟਡ ਕਾਪੀ ਕੋਈ ਵਿਅਕਤੀ ਲੈ ਸਕਦਾ ਹੋਵੇ, ਰਜਿਸਟਰੀਆਂ ਵਗੈਰਾ ਹੁੰਦੀਆਂ ਨੇ, ਠੀਕ ਹੈ। ਇਹ ਸਾਰੇ ਪਬਲਿਕ ਡਾਕੂਮੈਂਟ ਹੁੰਦੇ ਨੇ, ਇਹ ਸਰਕਾਰ ਦੀ ਕਸਟਡੀ ਵਿੱਚ ਹੁੰਦੇ ਨੇ। ਪ੍ਰਾਈਵੇਟ ਡਾਕੂਮੈਂਟ ਉਹ ਡਾਕੂਮੈਂਟ ਹੁੰਦਾ ਹੈ ਜਿਹੜਾ ਕਿਸੇ ਪਾਰਟੀਆਂ ਦੇ ਵਿਚਕਾਰ ਆਪਸ ਵਿੱਚ ਲਿਖਿਆ ਹੋਇਆ ਹੁੰਦਾ, ਉਹ ਪਾਰਟੀਆਂ ਦੇ ਆਪਦੇ ਕਬਜ਼ੇ ਵਿੱਚ ਹੁੰਦਾ ਹੈ। ਆਲ ਦਾ ਅਦਰ ਡਾਕੂਮੈਂਟਸ ਨੂੰ ਪ੍ਰਾਈਵੇਟ ਡਾਕੂਮੈਂਟ ਕਿਹਾ ਹੈ। ਸਰਟੀਫਾਈਡ ਕਾਪੀਜ਼ ਆਫ ਦਾ ਪਬਲਿਕ ਡਾਕੂਮੈਂਟ, ਸਰਟੀਫਾਈਡ ਕਾਪੀ ਕਿੱਥੋਂ ਲੈਂਦੀ ਹੈ, ਜਿਸ ਅਧਿਕਾਰੀ ਦੇ ਜਾਂ ਕਿਸੇ ਕਰਮਚਾਰੀ ਦੇ ਅਧਿਕਾਰ ਦੇ ਵਿੱਚ ਕੋਈ ਡਾਕੂਮੈਂਟ ਹੁੰਦਾ, ਜਿਵੇਂ ਪ੍ਰਾਈਵੇਟ ਪਟਵਾਰੀ ਹਲਕਾ ਹੁੰਦੇ ਆ, ਉਹਨਾਂ ਕੋਲ ਸਾਰੇ ਡਾਕੂਮੈਂਟ ਹੁੰਦੇ ਆ, ਠੀਕ ਹੈ ਜੀ। ਉੱਥੋਂ ਸਰਟੀਫਾਈਡ ਕਾਪੀਆਂ ਫਰਜ਼ ਕੇਂਦਰ ਤੋਂ ਸਰਟੀਫਾਈਡ ਕਾਪੀ ਲਈ ਜਾ ਸਕਦੀ ਹੈ ਪਬਲਿਕ ਡਾਕੂਮੈਂਟ ਦੀ। ਪ੍ਰੂਫ ਆਫ ਡਾਕੂਮੈਂਟ ਬਾਈ ਦਾ ਪ੍ਰੋਡਕਸ਼ਨ ਆਫ ਦਾ ਸਰਟੀਫਾਈਡ ਕਾਪੀ, ਜਦੋਂ ਅਸੀਂ ਪਬਲਿਕ ਡਾਕੂਮੈਂਟ ਨੂੰ ਪ੍ਰੂਵ ਕਰਨਾ ਹੋਵੇ ਤਾਂ ਇਹਦੀ ਸਰਟੀਫਾਈਡ ਕਾਪੀ ਕਰਕੇ ਪੇਸ਼ ਕਰਕੇ ਹੀ ਮਤਲਬ ਕਿ ਪ੍ਰੂਵ ਕੀਤਾ ਜਾ ਸਕਦਾ ਹੈ। ਜਿਵੇਂ ਕਿ ਸੈਕੰਡਰੀ ਐਵੀਡੈਂਸ ਹੁੰਦੀ ਹੈ ਇਹ। ਪ੍ਰੂਫ ਆਫ ਅਦਰ ਆਫੀਸ਼ੀਅਲ ਡਾਕੂਮੈਂਟਸ, ਹੋਰ ਆਫੀਸ਼ੀਅਲ ਡਾਕੂਮੈਂਟ ਜਿਵੇਂ ਕੋਈ ਨੋਟੀਫਿਕੇਸ਼ਨ ਹੈਗੇ ਆ, ਠੀਕ ਹੈ, ਕੋਈ ਸੈਂਟਰ ਗਵਰਨਮੈਂਟ ਦੇ ਕੋਈ ਡਾਕੂਮੈਂਟ ਹੈਗੇ ਆ, ਉਹ ਪੇਸ਼ ਕਰਕੇ ਕਿਸੇ ਹੋਰ ਡਾਕੂਮੈਂਟ ਨੂੰ ਜਿਹੜਾ ਪ੍ਰੂਵ ਕਰਨਾ ਹੋਵੇ, ਕੋਈ ਗਜ਼ਟ ਨੋਟੀਫਿਕੇਸ਼ਨ ਹੈਗਾ, ਠੀਕ ਹੈ, ਇੱਦਾਂ ਦੇ ਪੇਸ਼ ਕਰਕੇ ਵੀ ਪ੍ਰੂਵ ਕੀਤੇ ਜਾ ਸਕਦੇ ਨੇ। ਕੋਈ ਪ੍ਰੋਸੀਡਿੰਗ ਹੈ, ਕੋਈ ਮਤਲਬ ਕਿ ਵਿਧਾਨ ਸਭਾ ਦੀ, ਲੋਕ ਸਭਾ ਦੀ ਕੋਈ ਇੱਦਾਂ ਦੀ ਪ੍ਰੋਸੀਡਿੰਗ ਹੁੰਦੀਆਂ ਨੇ, ਉਹਦੀਆਂ ਕਾਪੀਆਂ ਪੇਸ਼ ਕਰਕੇ ਵੀ ਕੀਤਾ। presumptions as to the document, presumption as to the genuineness of the certified copy। ਜਦੋਂ ਕਿਸੇ ਪਬਲਿਕ ਡਾਕੂਮੈਂਟ ਦੀ ਕੋਈ ਸਰਟੀਫਾਈਡ ਕਾਪੀ ਪੇਸ਼ ਕੀਤੀ ਜਾਂਦੀ ਹੈ ਕਿਸੇ ਕੋਰਟ ਦੇ ਵਿੱਚ, ਠੀਕ ਹੈ, ਉਹਨੂੰ ਮਤਲਬ ਕਿ ਪ੍ਰਜ਼ੂਮ ਕੀਤਾ ਜਾਂਦਾ ਵੀ ਮਤਲਬ ਕਿ ਜੈਨੂਨ ਪ੍ਰਜ਼ੂਮ ਕੀਤਾ ਜਾਂਦਾ ਹੈ। ਜਦ ਤੱਕ ਇੱਕ ਦੂਜੀ ਪਾਰਟੀ ਜੇ ਉਸਨੂੰ ਮਤਲਬ ਕਿ ਕਹਿਣ ਦਾ ਭਾਵ ਇਹ ਹੈਗਾ ਵੀ ਸਰਟੀਫਾਈਡ ਕਾਪੀ ਪੇਸ਼ ਕਰਕੇ ਸਾਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ ਵੀ ਇਹ ਡਾਕੂਮੈਂਟ ਜਿਹੜਾ ਹੈਗਾ ਸਹੀ ਹੈਗਾ, ਉਹਨੂੰ ਉਹਦੇ ਤੇ ਕੋਈ ਗਵਾਹੀਆਂ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਉਹਨੂੰ ਪੇਸ਼ ਕਰਨ ਵੇਲੇ ਉਹ ਕੋਰਟ ਜਿਹੜੀ ਆਪਦੇ ਆਪ ਹੀ ਉਸਨੂੰ ਜਿਹੜੀ ਹੈਗੀ ਉਹਦੀ ਜੈਨੂਨੈਸ ਜਿਹੜੀ ਹੈਗੀ ਹੈ ਉਹ ਮੰਨੀ ਜਾਂਦੀ ਹੈ। Presumption as to the documents produced as record of evidence। ਸਾਡੇ ਗਜ਼ਟ ਨੋਟੀਫਿਕੇਸ਼ਨ ਹੁੰਦੇ ਨੇ, ਨਿਊਜ਼ਪੇਪਰ ਹੁੰਦੇ ਨੇ, ਪ੍ਰਾਈਵੇਟ ਐਕਟਸ ਵਗੈਰਾ ਹੁੰਦੇ ਨੇ, ਪਾਰਲੀਮੈਂਟ ਦੇ ਕੋਈ ਡਾਕੂਮੈਂਟਸ ਹੁੰਦੇ ਨੇ, ਸਿਵਲ ਕੋਡ ਦਾ ਕੋਰਟ ਸ਼ੈਲ ਪ੍ਰਜ਼ੂਮ, ਕਿਉਂਕਿ ਇੱਥੇ ਸ਼ੈਲ ਪ੍ਰਜ਼ੂਮ ਦਾ ਵਰਡ ਯੂਜ਼ ਕੀਤਾ ਗਿਆ, ਇੱਥੇ ਮੇ ਪ੍ਰਜ਼ੂਮ ਦਾ ਵਰਡ ਨਹੀਂ ਯੂਜ਼ ਕੀਤਾ ਜਾਂਦਾ। ਇੱਥੇ ਸਾਡੇ ਗਜ਼ਟ ਨੋਟੀਫਿਕੇਸ਼ਨ ਹੈਗੇ, ਨਿਊਜ਼ਪੇਪਰ ਹੈਗੇ ਨੇ, ਪ੍ਰਾਈਵੇਟ ਕੋਈ ਐਕਟਸ ਨੇ, ਕਾਨੂੰਨ ਹੈਗੇ ਆ, ਠੀਕ ਹੈ। ਇੱਥੇ ਜਿਹੜੀ ਕੋਰਟ ਹੈ ਸ਼ੈਲ ਪ੍ਰਜ਼ੂਮ ਦਾ ਜੈਨੂਨੈਸ, ਮੇ ਪ੍ਰਜ਼ੂਮ ਨਹੀਂ, ਸ਼ੈਲ ਪ੍ਰਜ਼ੂਮ ਦਾ ਜੈਨੂਨੈਸ, ਮਤਲਬ ਕਿ ਉਹਨਾਂ ਨੂੰ ਸਹੀ ਹੀ ਮੰਨਣਾ ਪੈਂਦਾ ਹੈਗਾ। Presumption as to the certified copies of the foreign judicial records, foreign judicial record ਦੀ ਗੱਲ ਕੀਤੀ ਹੈ। ਜੈਨੂਨ ਪ੍ਰਜ਼ੂਮ ਕੀਤੇ ਜਾਂਦੇ ਆ ਜੀ, ਕਿਸੇ ਕੋਰਟ ਦੇ ਵੱਲੋਂ ਕੋਈ ਡਾਕੂਮੈਂਟ ਆਉਂਦਾ ਜੈਨੂਨ ਪ੍ਰਜ਼ੂਮ ਕੀਤਾ ਜਾਂਦਾ। Presumption as the books, maps and charts, the courts may, ਇੱਥੇ ਦੇਖੋ ਇੱਥੇ may ਦਾ ਵਰਡ ਯੂਜ਼ ਕੀਤਾ ਗਿਆ। ਸ਼ੈਲ ਤੇ ਵਿੱਚ ਫਰਕ ਹੈ ਨਾ, ਆਪਾਂ ਪਹਿਲਾਂ ਮੈਂ ਸ਼ੈਲ ਪ੍ਰਜ਼ੂਮ, ਸ਼ੈਲ ਤੇ may। The court may presume that any book in which it may refer for the information on the matters general interest public। ਇੱਥੇ ਕੋਰਟ ਦੀ ਮਰਜ਼ੀ ਹੈਗੀ ਹੈ, ਕੋਰਟ ਉਸ ਨੂੰ ਮੰਨ ਵੀ ਸਕਦੀ ਹੈ ਜਾਂ ਨਹੀਂ ਵੀ ਮੰਨ ਸਕਦੀ, ਜਾਂ ਫਿਰ ਜੇ ਕੋਰਟ ਮੰਨਦੀ ਹੈ ਤਾਂ ਉਸਦੇ ਲਈ ਹੋਰ ਐਵੀਡੈਂਸ ਵੀ ਮੰਗੀ ਜਾ ਸਕਦੀ ਹੈ। ਕੋਈ ਮੈਪਸ ਹੈ, ਕੋਈ ਚਾਰਟਸ ਹੈ। Presumption as to the telegraphic message, ਕੋਈ ਟੈਲੀਗ੍ਰਾਫ ਮੈਸੇਜ ਹੈ, ਇੱਥੇ ਵੀ ਕੋਰਟ ਦੀ ਜਿਹੜੀ ਹੈਗੀ ਹੈ ਆਪਣੀ ਮਰਜ਼ੀ ਹੁੰਦੀ ਹੈ। The court may presume that a message forwarded from a telegraph office to the person to whom such message purports to be addressed corresponds with the message delivered for the transmission at the office from which the message purports to be sent, but the court shall not make any presumption as to the person by whom such message was delivered
ਫਾਦਰ ਟ੍ਰਾਂਸਮਿਸ਼ਨ ਕਿਹੜੇ ਭੇਜਿਆ ਇਹ ਨਹੀਂ ਕੋਰਟ ਮੰਨੇਗੀ, ਪਰ ਜੇ ਕੋਈ ਮੈਸੇਜ ਕਿਸੇ ਵਿਅਕਤੀ ਕੋਲੇ ਆਇਆ ਕਿਸੇ ਟੈਲੀਗ੍ਰਾਫ ਆਫਿਸ ਤੋਂ ਆਇਆ ਹੈਗਾ ਤਾਂ ਕੋਰਟ ਉਸਨੂੰ ਪ੍ਰਜ਼ਿਊਮ ਕਰ ਸਕਦੀ ਹੈ ਵੀ ਠੀਕ ਹੈ, ਪਰ ਕੋਈ ਜ਼ਰੂਰੀ ਨਹੀਂ ਹੈ ਕਿ ਕੋਰਟ ਦੇ ਲਈ ਕੋਰਟ ਮੇ ਪ੍ਰਜ਼ਿਊਮ ਹੈ, ਸ਼ੈਲ ਪ੍ਰਜ਼ਿਊਮ ਨਹੀਂ ਹੈਗਾ। ਪ੍ਰਜ਼ੰਪਸ਼ਨ ਐਜ਼ ਟੂ ਦਾ due execution etc documents not produced। 89 क्या है the court shall presume that every document called for and not produced after notice to produce was attested, stamped and executed in the manner required by the law। ਜੇ ਕੋਈ ਡਾਕੂਮੈਂਟ ਹੈ ਕੋਰਟ ਪੇਸ਼ ਹੋਇਆ ਹੈਗਾ ਨੋਟਿਸ ਤੋਂ ਬਾਅਦ, ਅਟੈਸਟਡ ਹੈਗਾ, ਸਟੈਂਪਡ ਹੈਗਾ, ਐਗਜ਼ੀਕਿਊਟਡ ਕੀਤਾ ਗਿਆ, ਠੀਕ ਹੈ, ਤਾਂ ਇਸ ਨੂੰ ਜਿਹੜੀ ਕੋਰਟ ਹੈ ਸ਼ੈਲ ਪ੍ਰਜ਼ਿਊਮ, ਜੈਨੂਇਨ ਪ੍ਰਜ਼ਿਊਮ ਕਰੇਗਾ ਕੋਰਟ ਵੱਲੋਂ। फिर अगर इंपॉर्टेंट है सेक्शन 90, वेरी इंपॉर्टेंट है। प्रिजम्पशंस एज टू द डॉक्यूमेंट्स 30 ईयर ओल्ड, कोई 30 साल पुराना डॉक्यूमेंट किसी व्यक्ति को हैगा आपकी ਜ਼ਮੀਨ ਦੇ ਸੰਬੰਧ ਵਿੱਚ ਕੋਈ ਹੈਗਾ, ਕੋਈ ਲੈਂਡ ਦੇ ਸੰਬੰਧ ਵਿੱਚ ਕੋਈ ਰਜਿਸਟਰੀ ਹੈ ਪੁਰਾਣੀ ਹੈ 30 ਸਾਲ ਪੁਰਾਣੀ ਹੈਗੀ ਹੈ, ਠੀਕ ਹੈ, ਉਸ ਨੂੰ ਕੀ ਹੈਗਾ ਕੋਈ ਡਾਕੂਮੈਂਟ ਇਦਾਂ ਦਾ ਹੈਗਾ, ਕੋਈ ਕੰਟੈਂਟਸ ਹੈਗਾ ਉਸ ਡਾਕੂਮੈਂਟ ਦੇ ਵਿੱਚ, ਤਾਂ ਉਹਦੀ ਵੀ ਪ੍ਰਜੰਪਸ਼ਨ ਹੈਗੀ ਹੈ ਵੀ ਉਸ ਨੂੰ ਵੀ ਪ੍ਰਜ਼ੂਮ ਕੀਤਾ ਜਾਂਦਾ ਵੀ ਇਹ ਜੈਨੂਇਨ ਡਾਕੂਮੈਂਟ ਹੈਗਾ। ਜੇ 30 ਈਅਰ ओल्ड ਡਾਕੂਮੈਂਟ ਕਿਸੇ ਵਿਅਕਤੀ ਦੇ ਕਬਜ਼ੇ ਵਿੱਚ ਹੈਗਾ ਤਾਂ ਉਹ ਕੋਰਟ ਨੂੰ where any document purporting or proved to be 30 year old, ਜੇ ਪ੍ਰੂਵ ਹੋ ਗਿਆ ਵੀ ਹਾਂ 30 ਸਾਲ ਪੁਰਾਣਾ ਹੈਗਾ, is produced from any custody which the court is in the particular case considers proper, the court may presume that the signature of every other part of such document, ਮਤਲਬ ਕੋਰਟ ਜਿਹੜੀ ਹੈਗੀ ਹੈ ਉਸ ਨੂੰ ਪ੍ਰਜ਼ਿਊਮ ਕਰ ਸਕਦੀ ਹੈ, ਜਨਰਲ ਪ੍ਰਜ਼ਿਊਮ ਕਰ ਸਕਦੀ ਹੈ, ਮਤਲਬ ਕਿ ਕੋਈ ਕੋਰਟ ਦੇ ਉੱਪਰ ਬਾਈਂਡਿੰਗ ਨਹੀਂ ਹੈਗੀ, ਪਰ ਜਦ ਜਨਰਲੀ ਇਹ ਹੈਗਾ ਵੀ ਕੋਰਟ ਹੈਗਾ ਉਹਦੇ 'ਚ ਪ੍ਰੂਫ ਕਰਨ ਦੀ ਲੋੜ ਨਹੀਂ, ਜੇਕਰ ਕੋਰਟ ਚਾਹੇ ਤਾਂ ਪ੍ਰੂਫ ਮੰਗ ਸਕਦੀ ਹੈ, ਪਰ ਜਨਰਲੀ ਤੌਰ 'ਤੇ ਜਿਹੜਾ ਹੈਗਾ ਉਸ ਨੂੰ 30 ਈਅਰ ओल्ड ਡਾਕੂਮੈਂਟ ਨੂੰ ਜਿਹੜਾ ਹੈਗਾ ਜਨਰਲ ਮੰਨਿਆ ਜਾਂਦਾ ਹੈ ਕੋਰਟ ਦੀ ਨਿਗਾਹ ਦੇ ਵਿੱਚ। ਚੈਪਟਰ 6 ਦੇ ਵਿੱਚ ਕੀ ਕਿਹਾ ਗਿਆ ਆਫ ਦਾ ਐਕਸਕਲੂਜਨ ਆਫ ਓਰਲ ਬਾਈ ਡਾਕੂਮੈਂਟਰੀ ਐਵੀਡੈਂਸ, ਕਿਸੇ ਵੀ ਓਰਲ ਐਵੀਡੈਂਸ ਨੂੰ ਅਸੀਂ ਕਿਸੇ ਡਾਕੂਮੈਂਟਰੀ ਐਵੀਡੈਂਸ ਦੇ ਕੇ ਜਿਹੜੀ ਹੈਗੀ ਹੈ ਉਸ ਨੂੰ ਮਤਲਬ ਕਿ ਐਵੀਡੈਂਸ ਆਫ ਟਰਮਸ ਆਫ ਦਾ ਕੰਟੈਂਟਸ ਗ੍ਰਾਂਟਸ ਐਂਡ ਅਦਰ ਡਿਸਪੋਜੀਸ਼ਨ ਆਫ ਦਾ ਪ੍ਰੋਪਰਟੀ ਅਡਿਊਸਡ। ਇੱਥੇ ਕਿਹਾ ਗਿਆ ਇਸ ਚੈਪਟਰ ਦੇ ਵਿੱਚ ਵੀ ਜਿਹੜੀ ਕੋਈ ਓਰਲ ਐਵੀਡੈਂਸ ਹੈਗਾ ਉਹਨੂੰ ਐਕਸਕਲੂਡ ਕੀਤਾ ਜਾ ਸਕਦਾ ਹੈ ਡਾਕੂਮੈਂਟਰੀ ਐਵੀਡੈਂਸ ਪੇਸ਼ ਕਰਕੇ। ਹੋ ਗਿਆ ਨਾ, ਅੱਜ ਦਾ ਲੈਕਚਰ ਅਸੀਂ ਇੱਥੇ ਬੰਦ ਕਰਾਂਗੇ ਜੀ। ਕਿਸ ਦਾ ਕੋਈ ਕੁਐਸਚਨ ਹੈਗਾ ਕਰ ਸਕਦੇ ਹੋ। हाँ जी, एनी क्वेश्चन जी, कोई प्रॉब्लम तो नहीं है। ओके, क्लास इज ओवर, थैंक यू वेरी मच। Thank you, sir.